बख्शिया। आपां उस गल ते पहुंचना भी उन्होंने क्यों कहा, क्यों नहीं कहा। भी मैनू इस तरह की विचार वधिया लगदी, इस तरह के विचार मैनू सोहणे लगदे आ। लावण मेरी भुख, जिन्ना खाधी चोपड़ी घणे सहणगे दुख। ਉਹ जिन्हां ने चोपड़ी खाधी आ, किवें चोपड़ी खाधी आ ते किवें दुख झੱਲੇ ने, उन्हां दी भी गल फरीद साहब ने करनी है। पहला आपां किरत ते रुक गए। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਰਤ ਤੋਂ ਕਦੇ ਵੀ ਤੂੰ ਮੁਨਕਰ ਨਾ ਹੋਈ, ਤੇ ਕਿਰਤ ਆ ਜਿਹੜੀ ਤੇਰਾ ਕਰਮ ਆ ਇਹ ਹੋਵੇ ਵਧੀਆ। ਤੇਰੀ ਕਿਰਤ ਵਿੱਚੋਂ ਤੈਨੂੰ ਵੀ ਜਾਣੀ ਕਿ ਸਾਨੂੰ ਵੀ ਸਕੂਨ ਮਿਲੇ ਤੇ ਦੁਨੀਆ ਵੀ ਸ਼ਾਬਾਸ਼ੀ ਦੇਵੇ, ਉਹ ਕੰਮ ਕਰ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਨਾਨਕ ਜਿਤ ਆਹਰ ਜਗ ਉਧਰੈ, ਬਿਰਲਾ ਬੁਝੈ ਕੋਏ। ਉਹ ਆਹਰ ਕਰ ਜਿਹੜਾ ਆਹਰ ਕਿਰਤ ਕਰਨ ਦੇ ਨਾਲ ਜਗਤ ਵੀ ਤੈਨੂੰ ਸ਼ਾਬਾਸ਼ੇ ਦੇਵੇ। ਹੁਣ ਅਸੀਂ ਕਿਰਤ ਕਿਹੜੀ ਕਰਦੇ ਆ? ਪਹਿਲੀ ਗੱਲ ਤਾਂ ਬਿਰਲਿਆਂ ਨੂੰ ਛੱਡ ਕੇ ਅਸੀਂ ਵਿਹਲੇ ਆ। ਸਾਨੂੰ ਵਿਹਲਾ ਰਹਿਣਾ ਪਸੰਦ ਆ। ਅਸੀਂ ਵੇਖਿਆ ਨਹੀਂ ਵੀ ਰੱਬ ਵਿਹਲਾ ਨਹੀਂ ਰਹਿੰਦਾ, ਤੇ ਰੱਬ ਨੇ ਸਾਨੂੰ ਤਿਆਰ ਕੀਤਾ ਬਣਾਇਆ ਗਾ, ਤੇ ਅਸੀਂ ਵਿਹਲੇ ਕਿਉਂ ਰਹੀਏ? ਫਿਰ ਪਾਤਸ਼ਾਹ ਜੀ ਕਹਿੰਦੇ ਨੰਬਰ 2 ਤੇ ਜੇ ਕਿਰਤ ਕਰਦੇ ਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਗੜਬੜਾ, ਚਾਹੇ ਛੋਟੀ ਕਿਰਤਾ ਤੇ ਚਾਹੇ ਵੱਡੀ ਕਿਰਤਾ। ਚਾਹੇ ਉਹਦੇ ਚ ਅਸੀਂ ਛੋਟੀ ਗੜਬੜ ਕਰਦੇ ਆ ਤੇ ਚਾਹੇ ਵੱਡੀ ਗੜਬੜ ਕਰਦੇ ਆ। ਜਿਸ ਕਿਰਤ ਨੂੰ ਆਪਾਂ 2 ਨੰਬਰ ਦੀ ਕਿਰਤ ਕਹਿ ਦਿੰਦੇ ਹਾਂ, ਜਾਂ ਉਹਨੂੰ ਆਪਾਂ ਧੰਦਾ ਵੀ ਕਹਿ ਦਿੰਦੇ ਆ, ਇਹ ਕਿਹੜਾ ਕੰਮ ਆ ਇਹਦਾ, ਇਹ ਤਾਂ ਪੁੱਠੇ ਧੰਦੇ ਕਰਦਾਗਾ। ਹੁਣ ਫਰੀਦ ਸਾਹਿਬ ਜੀ ਨੇ ਜਿਹੜੀ ਗੱਲ ਇੱਥੇ ਆਪਾਂ ਵਰਤੀ ਆ ਨਾ ਵੀ ਪੁੱਠੇ ਕੰਮ ਕਰਦਾ, ਪੁੱਠੇ ਧੰਦੇ ਕਰਦਾਗਾ, ਇਹਨੂੰ ਕਿਹਾ ਚੋਪੜੀ ਨਾ ਖਾ। ਦੇਖ ਲਾ ਦੁੱਖ ਝੱਲਣੇ ਪੈਣਗੇ। ਚੋਪੜੀ ਇਹਨੂੰ ਕਿਹਾ, 2 ਨੰਬਰ ਦੀ ਕਮਾਈ ਨੂੰ ਚੋਪੜੀ ਰੋਟੀ ਕਿਹਾ। ਸੌਖਾ ਮੰਨਣਗੇ ਆਪਾਂ? ਮੰਨ ਲਓ ਜਿਵੇਂ ਅੱਜ ਦੇ ਸਮੇਂ 'ਚ ਬੰਦੇ ਨੇ ਮੰਨ ਲਿਆ ਵੀ ਮੈਨੂੰ ਪੈਸਾ ਚਾਹੀਦਾ, ਭਾਵੇਂ ਨਸ਼ਾ ਵੇਚ ਕੇ ਕਿਸੇ ਦੀ ਧੀ, ਕਿਸੇ ਦਾ ਪੁੱਤ ਮੈਂ ਨਸ਼ੇ ਦਾ ਆਦੀ ਬਣਾਵਾਂ, ਪਰ ਮੈਨੂੰ ਪੈਸਾ ਮਿਲੇ, ਕਿਵੇਂ ਮਰਜ਼ੀ ਹੋਵੇ ਕਿਵੇਂ ਨਾ ਹੋਵੇ, ਤਾਂ ਸੋਚਣ ਵਾਲੀ ਵਿਚਾਰ ਆ। ਫਿਰ ਪਾਤਸ਼ਾਹ ਜੀ ਕਹਿੰਦੇ ਉਹ ਕਿਰਤ ਨਾ ਤੇਰੇ ਲਈ ਚੋਪੜੀ ਰੋਟੀ ਆ, ਨਾ ਤੇਰੀ ਔਲਾਦ ਦੇ ਨਾ ਤੇਰੇ ਕਿਸੇ ਲੇਖੇ ਵਿੱਚ ਨਹੀਂ ਪੈਣੀਗੀ। ਇਹਨੂੰ ਗੁਰੂ ਸਾਹਿਬ ਨੇ ਚੋਪੜੀ ਰੋਟੀ ਕਿਹਾਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਚੋਪੜੀ ਰੋਟੀ ਭਾਈ ਤੈਨੂੰ ਦੁੱਖ ਦੇਊ। ਦੇਖ ਲਾ ਹੁਣ ਇੱਥੇ ਦੁਨਿਆਵੀ ਚੋਪੜੀ ਰੋਟੀ ਦੀ ਗੱਲ ਨਹੀਂ ਹੈ ਵੀ ਜਿਵੇਂ ਆਪਾਂ ਆਮ ਪ੍ਰਸ਼ਾਦਾ ਤਿਆਰ ਕਰਦੇ ਆ, ਪ੍ਰਸ਼ਾਦੇ 'ਚ ਠੰਡਾ ਪਾਇਆ ਗਿਆ, ਘਿਓ ਪਾਇਆ ਗਿਆ, ਉਹਦੀ ਗੱਲ ਨਹੀਂ ਹੈ। ਉਹ ਤਾਂ ਗੁਰੂ ਸਾਹਿਬ ਨੇ ਬਾਣੀ 'ਚ ਮੰਗ ਕੇ ਪਵਾਇਆ ਘਿਓ, ਮੰਗਿਆ ਭਗਤ ਧੰਨਾ ਜੀ ਨੇ। ਕਿਵੇਂ ਮੰਗਿਆਗਾ? ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਹੁਣ ਇੱਥੇ ਮੰਗ ਸ਼ੁਰੂ ਹੋ ਗਈ। ਦਾਲ ਸੀਧਾ ਮੰਗੂ ਘੀਓ, ਘੀਓ ਤੋਂ ਭਾਵ ਘਿਓ ਦੇ। ਦਾਲ ਸੀਧਾ ਮੰਗੂ ਘੀਓ, ਹਮਰੀ ਹਮਰਾ ਖੁਸ਼ੀ ਕਰੇ ਨਿਤ ਜੀਓ। ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਛਾਦਨ ਨੀਕਾ, ਅਨਾਜ ਮੰਗੂ ਸਤ ਸੀਕਾ। ਫਿਰ ਸੱਜਰ ਗਾਂ ਮੱਝ ਵੀ ਮੰਗੀ ਆ। ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ। ਹੁਣ ਇੱਥੇ ਭਗਤ ਧੰਨਾ ਜੀ ਨੇ ਘਿਓ ਮੰਗਿਆ, ਚੋਪੜ ਮੰਗਿਆ, ਤੇ ਇਧਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚੋਪੜੀ ਖਾਣ ਨਾਲ ਦੁੱਖ ਮਿਲਣਗੇ। ਹੁਣ ਸਾਡੀ ਦੁਵਿਧਾ ਇੱਥੇ ਨਿਕਲ ਜਾਣੀ ਚਾਹੀਦੀ ਆ ਵੀ ਕਿਹੜੀ ਚੋਪੜੀ ਖਾਣ ਲਈ ਕਿਹਾਗਾ ਤੇ ਕਿਹੜਾ ਚੋਪੜ ਭਗਤ ਧੰਨਾ ਜੀ ਨੇ ਮੰਗਿਆਗਾ। ਮੰਗਿਆਗਾ ਵਧੀਆ ਭੋਜਨ। ਵਧੀਆ ਭੋਜਨ ਖਾਣ ਤੇ ਭਗਤ ਫਰੀਦ ਸਾਹਿਬ ਨੂੰ, ਗੁਰੂ ਸਾਹਿਬ ਨੂੰ ਕੋਈ ਇਤਰਾਜ਼ ਨਹੀਂ। ਸੋਹਣਾ ਜੀਵਨ ਜਿਉ, ਸੋਹਣੀ ਕਿਰਤ ਕਰ, ਸੋਹਣਾ ਭੋਜਨ ਖਾ, ਇਹ ਤੇਰਾ ਹੱਕ ਆ। ਪਰ ਅਗਲੀ ਗੱਲ 2 ਨੰਬਰ ਦੀ ਕਿਰਤ ਕਰਕੇ, ਦੂਜਿਆਂ ਦਾ ਦਿਲ ਦੁਖਾ ਕੇ, ਦੂਜਿਆਂ ਦੇ ਪੁੱਤਾਂ ਧੀਆਂ ਦਾ ਜੀਵਨ ਬਰਬਾਦ ਕਰਕੇ, ਪੈਸੇ ਵਿੱਚ ਆਪਣੇ ਆਪ ਨੂੰ ਮਸਤ ਰੱਖਣ ਵਾਲਿਆ, ਜਿਹੜਾ ਤੂੰ ਇਹ ਪੈਸਾ ਕਮਾ ਰਿਹਾ ਨਾ, 2 ਨੰਬਰ ਦਾ ਧੰਦਾ ਕਰ ਰਿਹਾ, ਇਹ ਤੇਰੇ ਵਾਸਤੇ ਚੋਪੜੀ ਰੋਟੀ ਮਾੜੀ ਆ। ਆਹ ਚੋਪੜੀ ਰੋਟੀ ਮਾੜੀ ਆ। ਤਾਈਓ ਗੁਰੂ ਨਾਨਕ ਸਾਹਿਬ ਨੇ ਕਿਰਤ ਨੂੰ ਮਾਨਤਾ ਦਿੱਤੀ ਆ। ਉਹ ਆਹਰ ਕਰ ਜਿਹੜਾ ਆਹਰ ਕਰਨ ਦੇ ਨਾਲ ਤੇਰੀ ਜ਼ਿੰਦਗੀ ਸੋਹਣੀ ਬਣੇ।
ਜਿਹੜਾ ਕੰਮ ਕਰਨ ਦੇ ਨਾਲ ਰੱਬ ਨੂੰ ਵੀ ਪਸੰਦ ਆਵੇਂ ਤੇ ਤੂੰ ਦੁਨੀਆ ਨੂੰ ਵੀ ਪਸੰਦ ਆਵੇਂ ਤੇ ਆਪਣੇ ਘਰ ਦਾ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਚਲਾਈ ਜਾਵੇਂ। ਆਪਾਂ ਵੀ ਕਹਿੰਦੇ ਨੇ ਵੀ ਉਹ ਕੰਮ ਕਰੋ ਭਾਈ ਜਿਹੜਾ ਕੰਮ ਪਰਿਵਾਰ ਨੂੰ, ਮਨੁੱਖ ਨੂੰ, ਦੁਨੀਆ ਨੂੰ ਦੁੱਖ ਨਾ ਦੇਵੇ। ਤੇ ਇੱਕ ਕਹਾਵਤ ਵੀ ਬਣੀ ਆ, ਨਾਲੇ ਕੰਮ ਤੇ ਨਾਲੇ ਫਲੀਆਂ। ਮਤਲਬ ਉਦਾਹਰਨ ਕੀ ਹੈ ਵੀ ਨਾਲੇ ਤਾਂ ਆਪਣੀ ਕਿਰਤ ਹੋਵੇ ਤੇ ਨਾਲੇ ਆਪਾਂ ਨੂੰ ਫਲ ਮਿਲੇ। ਤੇ ਫਿਰ ਚੰਗੇ ਕੰਮ ਨੂੰ, ਅਸਲੀ ਕਿਰਤ ਨੂੰ, ਸੁਚੱਜੇ ਢੰਗ ਨਾਲ ਜੀਵਨ ਜਿਉਣ ਵਾਲੇ ਵਿਅਕਤੀ ਦੀ ਕਿਰਤ ਨੂੰ ਸਾਡੀ ਦੁਨੀਆ ਦੀ ਕਲਮ ਨੇ ਇੱਕ ਗੱਲ ਕਹੀ ਆ, ਕਿਹੜੀ? ਕੰਮ ਹੀ ਪੂਜਾ ਹੈ। ਆ ਗੱਲ ਕਹੀ ਹੈ ਨਾ, ਕੰਮ ਹੀ ਪੂਜਾ। ਦੇਖੋ ਹੁਣ ਬੰਦਾ 2 ਨੰਬਰ ਦਾ ਕੰਮ ਕਰਕੇ ਪੂਜਾ ਕਰੇ ਕਿਸੇ ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ ਦੇ ਵਿੱਚ, ਮੰਨਿਆ ਜਾ ਸਕਦਾ ਵੀ ਉਹ ਵਧੀਆ ਪੂਜਾ ਕਰਨ ਵਾਲਾ ਵਿਅਕਤੀ ਆ, ਪੁਜਾਰੀ ਆ? ਨਾ, ਗੁਰੂ ਨਿਗਾਹ 'ਚ ਕਬੂਲ ਨਹੀਂ ਹੈ। ਪਰ ਜਦੋਂ ਆਪਾਂ ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ ਦੇ ਵਿੱਚ ਪੂਜਾ ਕਰਨ ਦਾ ਟਾਈਮ ਭਾਵੇਂ ਨਾ ਮਿਲੇ, ਪਰ ਆਪਾਂ ਆਪਣੀ ਕਿਰਤ ਨੂੰ ਹੀ ਵਧੀਆ ਬਣਾ ਕੇ ਸੋਹਣੇ ਢੰਗ ਦੇ ਨਾਲ ਕਰੀਏ ਤਾਂ ਉਹ ਇਮਾਨਦਾਰੀ ਨਾਲ ਕੀਤਾ ਹੋਇਆ ਕੰਮ, ਕਿਰਤ ਹੀ ਸਾਡੀ ਰੱਬ ਦੀ ਪੂਜਾ ਬਣ ਜਾਂਦੀ ਆ। ਆਹ ਕਨਸੈਪਟ ਹੈ। ਤੇ 2 ਨੰਬਰ ਦਾ ਧੰਦਾ ਚੋਪੜੀ ਰੋਟੀ ਆ, ਤੇ ਕਿਰਤ ਕਮਾਈ, ਅਸਲੀ ਕਿਰਤ ਕਮਾਈ ਉਹ ਤੇਰੀ ਹੱਕ ਦੀ ਕਮਾਈ ਆ। ਤੇ ਹੱਕ ਦੀ ਕਮਾਈ ਕਰਨ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਹੱਕ ਦੀ ਕਮਾਈ ਕਰਨ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ। ਇੱਕ ਸ਼ਬਦ ਫਰੀਦ ਸਾਹਿਬ ਜੀ ਦਾ ਆਪਾਂ ਇਉਂ ਵੀ ਪੜ੍ਹਦੇ ਹਾਂ, ਰੋਟੀ ਮੇਰੀ ਕਾਠ ਕੀ, ਆਪਾਂ ਹੁਣੀ ਪੜ੍ਹਿਆਗਾ। ਜਾਣੀ ਕਿ ਰੋਟੀ ਮੇਰੀ ਕਿਰਤ ਦੀ, ਕਾਠ ਮੀਨਜ ਕਿਰਤ। ਤੇ ਹੁਣ ਇੱਥੇ ਪੱਖ ਨਹੀਂ ਲੈਣਾ ਵੀ ਰੋਟੀ ਮੇਰੀ ਕਾਠ ਦੀ, ਵੀ ਰੋਟੀ ਮੇਰੀ ਲੱਕੜ ਦੀ ਆ। ਚਲੋ ਆਪਾਂ ਗੱਲ ਬਾਅਦ ਚ ਕਰਨੀ ਆ। ਤਾਂ ਇੱਥੇ ਗੁਰੂ ਨਾਨਕ ਸਾਹਿਬ ਦਾ ਜੋ ਸਿਧਾਂਤ ਆਪਾਂ ਪੜ੍ਹਿਆ ਸੀ ਵੀ ਕਿਰਤ ਕਰੋ, ਨੰਬਰ 2 ਤੇ ਨਾਮ ਜਪੋ, ਨੰਬਰ 3 ਤੇ ਵੰਡ ਕੇ ਛਕੋ। ਹੁਣ ਇਸ ਗੱਲ ਨੂੰ ਆਪਾਂ ਲੜੀਵਾਰ ਬਣਾ ਲਓ, ਜਿਹੜਾ ਹੱਕ ਦੀ ਕਮਾਈ ਕਰਦਾ ਕਿਰਤੀ ਬੰਦਾ ਉਹੀ ਨਾਮ ਜਪ ਸਕਦਾ ਹੈ। ਤੇ ਉਸੇ ਵੱਲੋਂ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਕਬੂਲ ਕਰਦਾ ਹੈ। ਚੋਰੀ, ਠੱਗੀ, ਧੋਖਾ, ਬੇਈਮਾਨੀ ਵਿੱਚ ਜ਼ਿੰਦਗੀ ਜਿਉਣ ਵਾਲਾ ਵਿਅਕਤੀ ਪਰਮੇਸ਼ਰ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜ ਸਕਦਾ। ਕਿਉਂ? ਕਿਉਂਕਿ ਉਹਦਾ ਧਿਆਨ ਪਿੱਛੇ ਕੀਤੇ ਹੋਏ ਮਾੜੇ ਕੰਮਾਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਗਾ। ਮੰਨ ਲਓ ਸੌਖੀ ਜੀ ਗੱਲ, ਆਪਾਂ ਗੁਰੂ ਚਰਨਾਂ 'ਚ ਬੈਠੇ ਆ, ਹੁਣ ਤੁਸੀਂ ਸਾਰੇ ਇਸ਼ਨਾਨ ਪਾਣੀ ਸੋਧ ਕੇ ਵਾਹਿਗੁਰੂ ਵਾਹਿਗੁਰੂ ਕਰਦੇ, ਗੁਰੂ ਕੋਲੇ ਆ ਕੇ ਜੁੜ ਕੇ ਬੈਠ ਗਏ, ਤੁਹਾਡਾ ਧਿਆਨ ਪਿੱਛੇ ਜਾਂਦਾ ਹੀ ਨਹੀਂ, ਬਿਲਕੁਲ ਹੀ ਨਹੀਂ ਜਾਂਦਾਗਾ। ਅੱਛਾ, ਜੇ ਆਪਾਂ ਰਸਤੇ 'ਚ ਆਉਂਦੇ ਆਉਂਦੇ ਕਰਿਆਈਏ ਕੋਈ ਮਾੜਾ ਕੰਮ, ਸ਼ਰਾਰਤ ਕਰਿਆਈਏ, ਕੋਈ ਚੋਰੀ, ਕੋਈ ਠੱਗੀ, ਕੋਈ ਧੋਖਾ, ਗਲਤ ਕੰਮ ਕਰਾਈਏ, ਕੋਈ ਵੀ ਕਰਾਈਏ, ਪਰ ਗੁਰੂ ਕੋਲੇ ਆ ਕੇ ਭਾਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ, ਭਾਵੇਂ ਅੱਖਾਂ ਮੀਚ ਕੇ ਬੈਠੇ ਰਹੀਏ, ਪਰ ਧਿਆਨ ਤਾਂ ਸਾਡਾ ਪਿੱਛੇ ਮਾੜੇ ਕੰਮ ਕੀਤੇ ਹੋਏ 'ਚ ਹੀ ਹੋਊਗਾ। ਵੀ ਕੋਈ ਮੰਗਰ ਨਾ ਆ ਜੇ, ਕਿਸੇ ਨੂੰ ਪਤਾ ਨਾ ਲੱਗ ਗਿਆ ਹੋਵੇ, ਕਿਸੇ ਨੇ ਦੇਖ ਨਾ ਲਿਆ ਹੋਵੇ। ਜੇ ਕਿਸੇ ਨੇ ਦੇਖ ਲਿਆ ਹੋਇਆ ਤਾਂ ਸਾਨੂੰ ਉਹ ਟੋਕੂਗਾ, ਉਹ ਸਾਨੂੰ ਰੋਕੂਗਾ, ਉਹ ਸਾਡੇ ਤੇ ਕਮੈਂਟ ਕਰੂਗਾ, ਸਾਡਾ ਧਿਆਨ ਪਿੱਛੇ ਚਲਾ ਗਿਆ। ਇਹਨੂੰ ਕੀ ਕਿਹਾ ਗਿਆ? ਉਹ ਜੁੜ ਨਹੀਂ ਸਕਿਆ, ਕਿਉਂਕਿ ਉਹਦਾ ਧਿਆਨ ਤਾਂ ਮਾੜੇ ਕੰਮਾਂ ਦੇ ਪਿੱਛੇ ਫਿਰਦਾ ਗਾ। ਇੱਕ ਉਹ ਵਿਅਕਤੀ ਜਿਹੜਾ ਬਿਲਕੁਲ ਦਿਮਾਗ ਨੂੰ ਫਰੈਸ਼ ਕਰਕੇ ਸਿੱਧੇ ਰਾਹੇ ਆਇਆ, ਵਾਹਿਗੁਰੂ ਵਾਹਿਗੁਰੂ ਕਰਦਾ ਤੇ ਵਾਹਿਗੁਰੂ ਵਾਹਿਗੁਰੂ ਕਰਦਾ, ਗੁਰੂ ਅੱਗੇ ਤਰਲਾ ਕਰਕੇ, ਬੇਨਤੀ ਕਰਕੇ, ਅਰਦਾਸ ਕਰਕੇ ਗੁਰੂ ਚਰਨਾਂ ਨਾਲ ਜੁੜ ਗਿਆ। ਬਸ ਉਹਦਾ ਧਿਆਨ ਮਾਲਕ ਤੇ ਟਿਕ ਗਿਆ। ਜਦੋਂ ਸਮਾਪਤੀ ਹੋ ਗਈ, ਜਾ ਕੇ ਉਹ ਕੰਮ ਤੇ ਲੱਗ ਗਿਆ, ਉਹਦਾ ਸਾਰਾ ਦਿਨ ਵਧੀਆ ਲੰਘਦਾ ਗਾ। ਆ ਕੰਮ ਆ ਅਸਲੀ ਮਨੁੱਖ ਦਾ। ਤੇ 2 ਨੰਬਰ ਦੇ ਕੰਮ ਨੂੰ ਗੁਰੂ ਸਾਹਿਬ ਨੇ ਮਾੜਾ ਕਿਹਾ, ਜਾਣੀ ਕਿ ਫਿਰ ਉਹੀ ਬੰਦਾ ਭਾਈ ਪਰਮੇਸ਼ਰ ਦਾ ਨਾਮ ਜਪ ਸਕਦਾ। ਅੱਛਾ, ਜਿਹਨੇ ਕਿਰਤ ਕੀਤੀ ਹੱਕ ਦੀ, ਨਾਮ ਜਪਿਆ, ਤੇ ਉਹੀ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਦਾ ਹੁੰਦਾ, ਉਹੀ ਕੱਢਦਾ ਹੁੰਦਾ। ਤੇ ਨਹੀਂ, ਦਸਵੰਧ ਕੱਢਣ ਦੀ ਵੀ ਸਾਡੀ ਪਰੰਪਰਾ, ਮਾਫ ਕਰਨਾ, ਇਹ ਕੋਈ ਅਤ ਕਥਨੀ ਨਹੀਂ ਹੈ। ਅੱਜ ਡਾਊਨ ਆ। ਡਾਊਨ ਕਿਉਂ ਆ? ਕਿਉਂਕਿ ਸਾਡਾ ਜੀਵਨ ਕਿੱਥੇ ਖੜ ਗਿਆ ਜੀ, ਸਾਡਾ ਤਾਂ ਆਪਦਾ ਹੀ ਨਹੀਂ ਪੂਰਾ ਪੱਲਾ ਹੁੰਦਾ। ਪਰ ਵਾਹਿਗੁਰੂ ਦੀ ਹਜ਼ੂਰੀ 'ਚ ਬੈਠਿਆਂ ਪਿਆਰ ਵਾਲਿਓ, ਕਦੇ ਵੀ ਨਾ ਗੁਰੂ ਦੇ ਕਾਰਜ ਲਈ ਇਹ ਗੱਲ ਕਹੀਏ ਤਾਂ ਆਪਣਾ ਦਸਵੰਧ ਜਿੰਨੇ ਜੋਗੇ ਹਾਂ ਜ਼ਰੂਰ ਗੁਰੂ ਦੇ ਕਾਰਜਾਂ ਲਈ ਕੱਢੀਏ। ਕਦੇ ਵੀ ਨਾ ਇਹ ਗੱਲ ਕਹੀਏ।
क्यों? जिहो जी नीत अपनी कहावत आ ओहो जी मुराद। ते जे अपनी नीत वधिया हो ना ते गुरु फल भी वधिया लाउंदा, ते जे नीत माड़ी होगी ते गुरु फल भी नहीं लाउंदा। चलो इन्ना क आपां गल वधा लई सी भी अपनी जिहड़ी अंदर दी भावना ना उहनूं बलवान करिए, उहनूं तकड़ी करिए, ते गुरु कोले आके कदे भी ढैंदी कला वाली गल ना करिए, ना सुणीए ते ना अपनी जिंदगी च लियाईए। हमेशा चढ़दी कला दा प्रतीक बन के रहिए ते गुरु चढ़दी कला ही बख्शदा गा। जिहनूं आपां कह दईए दिल वड्डा रखीए, मालक जरूर बख्शिया करदा। गुरु गोबिंद सिंह महाराज ते कदे खजाने खाली ने ते कदे भर जांदे ने, ते गुरु साहब खाली ते डोले नहीं ते भरे ते इमोशनल नहीं होए, पैर नहीं छड्डे। गुरु साहब किरपा करन। चलो जिहो जी भावना बनाओगे उहो जिहा फल जरूर मिलेगा। जो मंगै ठाकुर अपने ते सोई सोई देवै। किरत करो, जिहड़ा हक दी किरत करदा ਉਹ नाम भी जपदा, ਉਹਦਾ नाम ਦੇ ਵਿੱਚ ਪਰਮੇਸ਼ਰ ਦੇ ਨਾਮ ਵਿੱਚ ਜੀ ਵੀ ਲੱਗਦਾ, ਧਿਆਨ ਜੁੜ ਵੀ ਜਾਂਦਾ, ਤੇ ਉਹੀ ਬੰਦਾ ਵੰਡ ਕੇ ਛਕਦਾ ਹੈ। ਤੇ ਬਾਬਾ ਫਰੀਦ ਸਾਹਿਬ ਜੀ ਦਾ ਜਿਹੜਾ ਆਪਾਂ ਬਚਨ ਪੜਿਆ ਸੀ ਉਹ ਇਸ ਸਿਧਾਂਤ ਨਾਲ ਮਿਲਦਾ, ਤਾਂ ਆਪਾਂ ਉਹ ਬਚਨ ਤੋਂ ਇੱਥੇ ਵਿਆਖਿਆ ਕੀਤੀ ਆ। ਬਚਨ ਕਿਹੜਾ ਸੀ? ਫਰੀਦਾ ਰੋਟੀ ਮੇਰੀ ਕਾਠ ਕੀ। ਹੁਣ ਫਰੀਦ ਸਾਹਿਬ ਦੇ ਬਚਨ ਦੀ ਆਪਾਂ ਵਿਆਖਿਆ ਕਰਨੀ ਆ। ਕਾਠ ਦੀ ਰੋਟੀ ਕੀ ਹੈ? ਕਾਠ ਤੋਂ ਭਾਵ ਹੁੰਦੀ ਹੈ ਲੱਕੜ। ਆਪਾਂ ਆਮ ਹੀ ਵੇਖਦੇ ਆਂਗੇ। ਤੇ ਕਾਠ ਤੋਂ ਭਾਵ ਹੈ ਬੰਦੇ ਦਾ ਉੱਚਾ ਸੁੱਚਾ ਕਰਦਾਰ। ਆਪਾਂ ਕਹਿੰਦੇ ਆ ਬਹੁਤ ਚੰਗੇ ਕੱਦ ਕਾਠ ਦਾ ਬੰਦਾ ਹੈਗਾ। ਕਾਠ ਤੋਂ ਭਾਵ ਕਾਠੀ ਵੀ ਹੁੰਦੀ ਆ, ਅਲੱਗ-ਅਲੱਗ ਮਤਲਬ ਅਰਥ ਬਣਦੇ ਨੇ। ਇੱਥੇ ਕਾਠ ਤੋਂ ਭਾਵ ਹੈ ਹੱਕ ਦੀ ਕਮਾਈ। ਇੱਥੇ ਜੋ ਫਰੀਦ ਸਾਹਿਬ ਨੇ ਲਫ਼ਜ਼ ਵਰਤਿਆਗਾ, ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ। ਜਦੋਂ ਗੱਲ ਇੱਥੇ ਕੀਤੀ ਨਾ ਰੋਟੀ ਮੇਰੀ ਕਾਠ ਕੀ, ਕਾਠ ਤੋਂ ਭਾਵ ਕਿਰਤ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਅਸਲੀ ਕਿਰਤ ਦੀ ਆ ਭਾਈ। ਮਾਣ ਨਾਲ ਕਿਹਾ ਫਰੀਦ ਸਾਹਿਬ ਨੇ। ਸਾਨੂੰ ਵੀ ਇਸ ਗੱਲ ਦਾ ਮਾਣ ਹੋਵੇ ਵੀ ਮੇਰੀ ਜਿਹੜੀ ਕਮਾਈ ਆ ਉਹ ਇੱਕ ਨੰਬਰ ਦੀ ਆ। ਚਾਹੇ ਉਹ ਮੇਰੀ ਕਮਾਈ ਮੈਂ ਬੈਠ ਕੇ ਕੁਰਸੀ ਤੇ ਕਰਦਾ, ਚਾਹੇ ਮੈਂ ਤੁਰ ਫਿਰ ਕੇ ਵਰਕ ਕਰਕੇ ਕਰਦਾ, ਚਾਹੇ ਮੈਂ ਦੁਕਾਨਦਾਰੀ ਕਰਦਾ, ਚਾਹੇ ਮੈਂ ਖੇਤੀ ਕਰਦਾ, ਚਾਹੇ ਮੈਂ ਵਪਾਰੀ ਆ, ਕੁਛ ਵੀ ਆ, ਪਰ ਮੇਰੀ ਕਮਾਈ ਹੱਕ ਦੀ ਆ। ਹੱਕ ਦੀ ਸਮਝ ਗਏ ਨਾ? ਮੰਨ ਲਓ ਬੇਹੱਕੀ ਕੀ ਹੁੰਦੀ ਆ ਵੀ 30,000 ਰੁਪਏ ਤਾਂ ਭਾਈ ਮਹੀਨੇ ਦਾ ਬਣਦਾ ਹੈਗਾ, ਤੇ 15-20,000 ਰੁਪਇਆ ਉੱਤੋਂ ਵੀ ਬਣ ਜਾਂਦਾ। ਉੱਥੇ 2 ਨੰਬਰ ਚੱਲ ਪਈ, ਉੱਥੇ 2 ਨੰਬਰ ਧੰਦਾ ਚੱਲ ਪਿਆ ਨਾ, ਉੱਤੋਂ ਵੀ ਬਣ ਜਾਂਦਾ। ਮਿਲਾਵਟਖੋਰੀ ਮਠਿਆਈ ਦੇ ਵਿੱਚ ਉਹ 2 ਨੰਬਰ ਦੀ ਕਮਾਈ ਆ, ਚੱਲਦੀ ਅੱਜ ਸਾਰੀਆਂ ਦੁਕਾਨਾਂ ਤੇ ਹੁੰਦੀ ਆ। ਛੋਟੀ ਦੁਕਾਨ ਦੇਖ ਲਓ, ਵੱਡੀ ਦੇਖ ਲਓ, ਮਿਲਾਵਟਬਾਜੀ ਵੀ ਆ, ਘੱਟ ਵੀ ਤੋਲਿਆ ਜਾਂਦਾ। ਪਿਓਰ ਸਿਸਟਮ ਡਾਊਨ ਪੈ ਗਿਆ। ਕਿਉਂ? ਕਹਿੰਦੇ ਮਹਿੰਗਾਈ ਬਹੁਤ ਪੈ ਗਈ। ਪਰ ਵਾਹਿਗੁਰੂ ਭਲਾ ਕਰੇ, ਜੇ ਆਪਾਂ ਹੱਕ ਦੀ ਕਮਾਈ ਕਰਾਂਗੇ ਨਾ ਵਪਾਰੀ ਕਰਨ ਦੇ ਵਿੱਚ ਵੀ, ਤਾਂ ਬਰਕਤ ਬਾਬੇ ਨਾਨਕ ਨੇ ਜ਼ਰੂਰ ਪਾਉਣੀ ਆ। ਬਾਬਾ ਨਾਨਕ ਭੁੱਖਾ ਨਹੀਂ ਮਰਨ ਦਿੰਦਾ ਹੈਗਾ ਜਦੋਂ ਸਾਡੀ ਨੀਅਤ ਸਾਫ਼ ਆ। ਜੇ ਨੀਅਤ ਵਿਗੜੀ ਹੋਈ ਆ ਫੇਰ ਨਹੀਂ। ਤੇ ਹੁਣ ਫਰੀਦ ਸਾਹਿਬ ਜੀ ਕਹਿੰਦੇ ਰੋਟੀ ਮੇਰੀ ਕਾਠ ਕੀ, ਮੈਂ ਆਪਣੀ ਕਿਰਤ ਦੀ ਰੋਟੀ ਖਾਨਾ, ਮੈਂ 2 ਨੰਬਰ ਦੀ ਕਮਾਈ ਕਰਕੇ ਰੋਟੀ ਨਹੀਂ ਖਾਂਦਾ। ਹੁਣ ਇਹਦਾ ਦੂਜਾ ਪਾਸਾ ਕੀ ਆ? ਕਾਠ ਤੋਂ ਲੱਕੜ। ਬਹੁਤਿਆਂ ਨੇ ਇਹ ਸੁਣਾਇਆ ਵੀ ਆ, ਇਹ ਲਿਖਿਆ ਵੀ ਆ, ਤੁਸੀਂ ਪੜ੍ਹਿਆ ਵੀ ਹੋਊਗਾ, ਸੁਣਿਆ ਵੀ ਹੋਊਗਾ ਵੀ ਫਰੀਦ ਸਾਹਿਬ ਕਹਿੰਦੇ ਨਾ ਮੈਂ ਤਾਂ ਗੋਲ ਲੱਕੜ ਬਣਾ ਲਈ ਰੋਟੀ ਵਰਗੀ, ਆਪਦੇ ਢਿੱਡ ਨਾਲ ਬੰਨ ਕੇ ਰੱਖਦਾ ਸੀ, ਤੇ ਜਿੱਥੇ ਭੁੱਖ ਲੱਗਦੀ ਸੀ ਉੱਥੇ ਮੈਂ ਲੱਕੜ ਦੀ ਰੋਟੀ ਤੇ ਮੂੰਹ ਮਾਰ ਲੈਂਦਾ ਸੀ, ਤੇ ਮੇਰੀ ਭਲ ਮਿਟ ਜਾਂਦੀ ਸੀ, ਮੇਰੀ ਭੁੱਖ ਮਿਟ ਜਾਂਦੀ ਸੀ। ਜਿੰਨੇ ਕ ਆਪਾਂ ਬੈਠੇ ਆ ਪੂਰੇ ਧਿਆਨ ਦੇ ਨਾਲ ਗੌਰ ਕਰਕੇ ਦੇਖਿਓ, ਲੱਕੜ ਤੇ ਉਹੀ ਮਿੱਚੀ ਮੂੰਹ ਮਾਰ ਕੇ ਕਦੇ ਕਿਸੇ ਦੀ ਭੁੱਖ ਮਿਟ ਸਕਦੀ ਹੈ? ਹਾਂ ਜਾਂ ਨਾ ਦਾ ਜਵਾਬ ਆਪਣਾ ਜਵਾਬ ਨਾ ਦਾ ਹੋਊਗਾ ਵੀ ਨਾ, ਇਹ ਤਾਂ ਹੋ ਹੀ ਨਹੀਂ ਸਕਦਾ। ਕੁੱਲੀ ਕਰਕੇ ਕਦੇ ਤ੍ਰਿਪਤੀ ਨਹੀਂ ਹੋ ਸਕਦੀ। ਪ੍ਰਸ਼ਾਦੇ ਦੀਆਂ ਨਾ ਗਾਲੀਆਂ ਕਰਕੇ ਸੁੱਟ ਦੇਣੀਆਂ, ਕਦੇ ਪੇਟ ਭਰ ਨਹੀਂ ਸਕਦਾ, ਰੱਜ ਨਹੀਂ ਸਕਦੇਗੇ। ਤੇ ਜੇ ਲੱਕੜ ਦੀ ਰੋਟੀ ਤੇ ਚੱਬੇ ਮਾਰ ਕੇ ਉਹਨੂੰ ਦੁਬਾਰਾ ਫੇਰ ਢਿੱਡ ਨਾ ਬੰਨ ਲਈਏ ਤਾਂ ਸੋਚੋ ਭਲਾ ਵੀ ਕੀ ਭੁੱਖ ਮਿਟ ਸਕਦੀ ਆ? ਭਾਵੇਂ ਸਿਆਣੇ ਨੂੰ ਪੁੱਛ ਲਓ, ਭਾਵੇਂ
बच्चे नूं पुछ लो, न्याणे नूं पुछ लो, सारिਆਂ ਦਾ जवाब होगा भी नहीं। पर सानू ये गल सुणाती, कहंदे फरीद साहब लक्कड़ दी रोटी ते दंदियां वढ लैंदा सी ते ओहदी भुख मिट जांदी सी। ना, ये गलत आ। पर काठ तो भाव इत्थे आ किरत दी कमाई, इत्थे किरत दी कमाई है, काठ तो भाव गुरु कृपा करे। लावण मेरी भुख, लावण तो भाव तुसी बड़े सुचज्जे हो, सियाणे हो, वधिया सोहना जीवन आ तुहाडा, तुसी इस गल नूं बड़े सत्कार सहित समझदे हो। लावण तो भाव हुंदा सब्जी, दाल। जिस भी सब्जी नाल रोटी खाधी जावे, चाहे चटनी नाल खाधी जावे ते चाहे दाल नाल खाधी जावे, लावण। हुण फरीद साहब जी कहंदे सब्जी मेरी की आ, सब्जी मेरी है भुख। जदों भुख लगदी आ, काठ दी रोटी, किरत कमाई दी रोटी, रुखी सुखी खाए के ठंडा पानी पीओ। भाव किरत कमाई दी रोटी जदों मैं छकदा भुख लगण ते, तां ओह मिस्सा भोजन भी मेरे लई छत्ती पदार्थ बन जांदे ने। कुदरती ये निजम आ, भुख लगी होवे बंदा नखरे नहीं करता, रज्जिया होवे बंदा ढंग करदा, नखरे करदा। कुदरती निजम आ, भावें मेरे ते गल लाइए, भावें आपां तुहाडे ते गल लाइए, किसे ते गल मर्जी ला के वेख लो। बंदे नूं भुख लगी आ, बंदा कहंदा चार नाल, गुड़ नाल, गंढे नाल, जे भी भाव है खाण नूं उहदे नाल दे दे। कई वार बंदा चाह नाल रोटियां रुखियां भी खा लैंदा। ज्यादा भुख लगी है तो बंदे कोले खाण नूं कुछ नहीं, बंदा रुखा भोजन खा के पानी भी पी लैंदा, भी भाव कोई गल नहीं, भुख मिटनी चाहीदी है, तां की आ उत्थे नखरे नहीं करदा बंदा। फरीद साहब जी कहंदे ना किरत करदे आ, कई बार सब्जी नहीं बनी, कई बार कोई रुखा भोजन आगा, तां मैं उत्थे किसी गल दा शिकवा नहीं कीता। हक दी कमाई करदे आ ना, ਜਦੋਂ ਭੁੱਖ ਲੱਗਦੀ ਸੀ ਤਾਂ ਉਹਦੀ ਪਰਮੇਸ਼ਰ ਦਾ ਨਾਮ ਚੇਤੇ ਕਰਕੇ ਭੋਜਨ ਛਕ ਲੈਂਦੇ ਸੀ। ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਲਾਵਣ ਮੇਰੀ ਭੁੱਖ। ਤੇ ਜਿਹੜੀ ਆਪਾਂ ਪਿੱਛੇ ਵਿਆਖਿਆ ਕਰਿਆਂ ਦੀ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਇਹਦਾ ਅਰਥ ਕੀ ਬਣ ਗਿਆ? ਇਹਦਾ ਅਰਥ, ਇਹਦਾ ਮਤਲਬ ਇਹ ਬਣ ਗਿਆ, ਜਿਨ੍ਹਾਂ ਨੇ 2 ਨੰਬਰ ਦੀ ਕਮਾਈ ਕਰਕੇ ਰੋਟੀ ਖਾਧੀ ਆ ਨਾ, 2 ਨੰਬਰ ਦਾ ਧੰਦਾ ਕਰਕੇ ਰੋਟੀ ਬਣਾਈ ਆ, ਪਾਤਸ਼ਾਹ ਜੀ ਕਹਿੰਦੇ ਉਹ ਦੁਖੀ ਹੋਣਗੇ। ਆਤਮਕ ਤਲ ਤੇ ਵੀ, ਸਰੀਰਕ ਤਲ ਤੇ ਵੀ, ਪਰਿਵਾਰਕ ਤਲ ਤੇ ਵੀ ਤੇ ਸਮਾਜਿਕ ਤਲ ਤੇ ਵੀ ਉਹ ਸੌਖੇ ਨਹੀਂ ਹੋ ਸਕਦੇ। ਕਦੇ ਵੀ, ਕਦੇ ਵੀ ਸੌਖੇ ਨਹੀਂ ਹੋ ਸਕਦੇ। ਵਾਹਿਗੁਰੂ ਭਲਾ ਕਰੇ। ਬੰਦਾ ਮੰਨੇ ਭਾਵੇਂ ਨਾ ਮੰਨੇ, ਉਹ ਅਲੱਗ ਗੱਲ ਆ। कई बार बंदा हिंड करदा ना जी, मैं ना मानू, नहीं मनना बंदे दी मर्जी आ। पर फरीद साहब जी कहंदे हाल ओहदा भाई आ हुंदा गा, जेड़ा बंदा चोपड़ी खांदा गा, भाव 2 नंबर दी कमाई करके आपदे घरे लिआउंदा गा। फरीद साहब दा वचन तुसीं बड़े वारी पढ़िया गा, वाहिगुरू कबीर साहब दा, बहु परपंच कर पर धन लियावै, सुध दारा पै आन लुटावै, मन मेरे भूले कपट ना कीजै, अंत नवेरा तेरे जी पै लीजै, छिन छिन तन छीजै जरा जनावै, तब तेरी ओख कोई पानियों ना पावै। कहत कबीर कोई नहीं मेरा, इस धरती ते कौन आ साडा? कोई भी नहीं है जिन्हां ने साडी रखिया करनी है, साडी साਂਭ संभाल करनी है, साडे नाल मिल के चलना गा, साडी एंड ते अंत समय मदद कर सकते ने। हिरदै नाम की ना जप है सवेरा, मैं परमेश्वर दा नाम तां हिरदे च वसाया ही नहीं गा, अपने अंदर ग्रहण कीते ही नहीं, अपने अंदर धारण कीते ही नहीं है, तां मेरा हाल की है? बहु परपंच कर पर धन लियावै वाला। पातशाह जी कहते हाल आ हुंदा गा, मन्ने भावें कोई ना मन्ने। आपां इतिहास पढ़दे आ रहे हैं, औरंगजेब नूं भी अखीर हत्थ अड्डने पै गए सी। दुनिया दा बादशाह ਜਿਹਦੇ ਮੁਖੋਂ ਗੱਲ ਨਿਕਲਦੀ ਆ ਤੇ ਕਾਨੂੰਨ ਬਣ ਜਾਂਦਾ, ਅਖੀਰੀ ਉਹਦਾ ਹਾਲ ਵੀ ਬਹੁਤ ਮੰਦਾ ਹੋਇਆ ਸੀ। ਇਤਿਹਾਸ ਪੜ੍ਹਦੇ ਆਪਾਂ, ਜਹਾਂਗੀਰ ਵਰਗੇ ਵੀ ਬਹੁਤ ਸਖਤ ਬਿਮਾਰੀਆਂ ਦੇ ਘੇਰੇ ਵਿੱਚ ਆ ਗਏ ਸੀ। ਆਪਾਂ ਸਾਰਿਆਂ ਨੇ ਇਤਿਹਾਸ ਪੜ੍ਹਿਆ ਹੋਇਆ ਹੈਗਾ। ਇੱਕ ਨਹੀਂ ਕਿੰਨਿਆਂ ਦੀਆਂ ਆਪਾਂ ਉਦਾਹਰਨਾਂ ਇੱਥੇ ਲੈ ਸਕਦੇ ਹਾਂ। ਕਹਿੰਦੇ ਕਹਾਉਂਦੇ ਵੱਡੇ ਤੋਂ ਵੱਡੇ ਸੋਨੇ ਦੇ ਚਮਚਿਆਂ ਭਾਂਡਿਆਂ ਦੇ ਵਿੱਚ ਪ੍ਰਸ਼ਾਦੇ ਛਕਣ ਵਾਲਿਆਂ ਦੇ ਵੀ ਐਂਡ ਅੰਤ ਬੁਰੇ ਹੋਏ ਨੇ। ਜੋ ਫਰੀਦ ਸਾਹਿਬ ਨੇ ਗੱਲ ਕਹੀ ਆ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ।
ਜਿਨ੍ਹਾਂ ਨੇ 2 ਨੰਬਰ ਦੀ ਕਮਾਈ ਕੀਤੀ ਆ, ਪਾਤਸ਼ਾਹ ਕਹਿੰਦੇ ਉਹਨਾਂ ਦੇ ਰਾਸ ਨਹੀਂ ਆਉਣੀਗੀ। 1 ਨੰਬਰ ਦੀ ਕਮਾਈ ਹੀ ਕਾਠ ਦੀ ਰੋਟੀ ਹੈ, ਵਧੀਆ ਭੋਜਨ ਹੈ, ਸਵੱਛ ਭੋਜਨ ਹੈ, ਉਸੇ ਤੇ ਆਪਣਾ ਨਿਰਭਰ ਕਰ, ਥੋੜਾ ਖਾਲਾ ਕੋਈ ਗੱਲ ਨਹੀਂ, ਜ਼ਿੰਦਗੀ 'ਚ ਦੁੱਖ ਕੋਈ ਨਹੀਂ ਮਿਲੂਗਾ, ਗਰੰਟੀ ਆ। ਪਰ ਜੇ 2 ਨੰਬਰ ਦੀ ਕਮਾਈ ਆ, ਫਿਰ ਚੋਪੜੀ ਖਾਣ ਤੇ ਭਾਈ ਤੈਨੂੰ ਦੁੱਖ ਮਿਲੂਗਾ। ਇੱਥੇ ਦੁਨਿਆਵੀ ਚੋਪੜ ਦੀ ਗੱਲ ਨਹੀਂ ਕੀਤੀ, ਉਹ ਤਾਂ ਭਗਤ ਧੰਨਾ ਜੀ ਨੇ ਮੰਗਿਆਗਾ, ਦਾਲ ਸੀਧਾ ਮੰਗੂ ਘੀਓ, ਉਹ ਤਾਂ ਮੰਗ ਕੇ ਪਾਇਆ। ਮਹਾਰਾਜ ਨੂੰ ਕਿਹਾਗਾ ਸੱਚੇ ਪਾਤਸ਼ਾਹ ਮੈਨੂੰ ਰਸੋਈ ਦਾ ਸਾਰਾ ਸਮਾਨ ਚਾਹੀਦਾ, ਜੇ ਮੇਰੀ ਰਸੋਈ 'ਚ ਸਮਾਨ ਹੀ ਕੋਈ ਨਹੀਂ ਚੁੱਲ੍ਹੇ ਤੇ, ਤਾਂ ਫਿਰ ਤੇਰੀ ਭਗਤੀ ਵੀ ਕਿਉਂ, ਕਾਹਦੇ ਲਈ ਕਰੀਏ, ਸਾਨੂੰ ਲੋੜ ਵੀ ਕੀ ਆ। ਜੇ ਅਸੀਂ ਭੁੱਖ ਨੰਗ ਨਾਲ ਘੁਲਦੇ ਆ ਨਾ, ਫਿਰ ਤੇਰਾ ਨਾਮ ਜਪਣ ਦਾ ਵੀ ਕੀ ਫਾਇਦਾ, ਤੇਰੀ ਸੇਵਾ ਕਰਨ ਦਾ ਵੀ ਕੀ ਫਾਇਦਾ। ਫਿਰ ਬਾਣੀ 'ਚ ਹੀ ਲਿਖਿਆਗਾ, ਭੁੱਖੈ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ। ਕੀ ਕਰਾਉਣੀ ਹੈ ਫਿਰ ਮਾਲਾ, ਹਰ ਹਰ ਅੱਖਰ ਦੋਏ ਇਹ ਮਾਲਾ, ਕਿਸ ਕੰਮ ਆ ਇਹ, ਕਿਸੇ ਕੰਮ ਨਹੀਂ ਹੈ, ਕਿਸੇ ਲੇਖੇ ਨਹੀਂ ਹੈ। ਪਰ ਗੁਰਬਾਣੀ ਨੂੰ ਜਦੋਂ ਆਪਾਂ ਸਮਝਾਂਗੇ, ਹਰ ਗੱਲ ਗੁਰੂ ਸਾਹਿਬ ਨੇ ਬਹੁਤ ਸੁਚੱਜੇ ਢੰਗ ਨਾਲ ਸਾਨੂੰ ਸਮਝਾਈ ਹੈ। ਇਸ ਵਚਨ ਦੀ ਆਪਾਂ ਵਿਆਖਿਆ ਕੀਤੀ ਆ, ਫਰੀਦਾ ਰੋਟੀ ਮੇਰੀ ਕਾਠ ਕੀ, ਕਿਰਤ ਕਮਾਈ ਦੀ ਰੋਟੀ, ਲਾਵਣ ਮੇਰੀ ਭੁੱਖ, ਭੁੱਖ ਲੱਗਦੀ ਹੈ, ਭੁੱਖ ਹੀ ਮੇਰੀ ਸਬਜ਼ੀ ਬਣ ਜਾਂਦੀ ਹੈ। ਜਿੰਨਾ ਖਾਧੀ ਚੋਪੜੀ, ਚੋਪੜੀ ਤੋਂ ਭਾਵ 2 ਨੰਬਰ ਦੀ ਕਮਾਈ। ਉਦਾਂ ਦੱਬ ਕੇ ਬਾਹਰ ਰੱਜ ਕੇ ਖਾ ਦਾ ਕਨਸੈਪਟ, ਵਧੀਆ ਭੋਜਨ ਖਾ, ਸੋਹਣੀ ਕਮਾਈ ਕਰ, ਉਹ ਸਾਡਾ ਅਭਿਆਸ ਹੋਣਾ ਜ਼ਰੂਰੀ ਆ। ਚੰਗਾ ਭੋਜਨ ਹੀ ਸਰੀਰ ਨੂੰ ਚੰਗਾ ਬਣਾ ਸਕਦਾ ਹੈ। ਪਰ ਇੱਥੇ 2 ਨੰਬਰ ਦੀ ਕਮਾਈ ਦਾ ਜ਼ਿਕਰ ਕੀਤਾ, ਭਾਵ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਕੋਈ ਲੱਕੜ ਦੀ ਰੋਟੀ ਨਹੀਂ ਫਰੀਦ ਸਾਹਿਬ ਨੇ ਖਾਧੀ, ਨਾ ਕਿਸੇ ਨੂੰ ਖਾਣ ਲਈ ਕਿਹਾਗਾ, ਨਾ ਭੁੱਖ ਨੰਗ ਨਾਲ ਘੁਲਣ ਲਈ ਕਿਹਾਗਾ, ਤੇ ਨਾ ਹੀ ਇੱਥੇ ਗੁਲਸਰਲੇ ਡਾਉਣ ਲਈ ਕਿਹਾਗਾ। ਜਾਣੀ ਕਿ ਗੁਰੂ ਸਾਹਿਬ ਨੇ ਇੱਕ ਸੰਧਾਨ ਦਿੱਤਾ, ਉਹ ਸੰਧਾਨ ਤੇ ਆਪਾਂ ਪਹਿਰਾ ਦਈਏ ਤਾਂ ਸਾਡੀ ਜ਼ਿੰਦਗੀ ਸੋਹਣੀ ਬਣ ਸਕਦੀ ਹੈ। ਅਗਲਾ ਪੱਖ ਆਪਾਂ ਨਾਲ ਨਾਲ ਰੋਜ਼ਾਨਾ ਇਤਿਹਾਸ ਪੜ੍ਹਦੇ ਆ ਰਹੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਲੜੀਵਾਰ ਇਤਿਹਾਸ ਜੋ ਆਪਾਂ ਪਿੱਛੇ ਸੁਣਿਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੁਰਹਾਨਪੁਰ ਦੀ ਧਰਤੀ ਤੇ ਰੁਕੇ ਹੋਏ ਨੇ। ਇੱਥੇ ਕੁਛ ਦਿਨਾਂ ਦਾ ਪੜਾਅ ਗਾ, ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਨੇ, ਰੱਬ ਦੇ ਪਿਆਰੇ ਆਉਂਦੇ ਨੇ, ਗੁਰੂ ਪਾਤਸ਼ਾਹ ਨੂੰ ਸਵਾਲ ਕਰਦੇ ਨੇ, ਪਾਤਸ਼ਾਹ ਸਵਾਲਾਂ ਦੇ ਜਵਾਬ ਦਿੰਦੇ ਨੇ, ਗੁਰੂ ਪਾਤਸ਼ਾਹ ਜੀ ਸੰਗਤ ਵਿੱਚ ਵਿਚਾਰਾਂ ਕਰਦੇ ਨੇ। ਚਲੋ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇਸ ਧਰਤੀ ਤੇ ਪਹੁੰਚੇ ਵੇ ਆ ਨਾ, ਇੱਥੇ ਇੱਕ ਕਹਿੰਦੇ ਦਾਨਾ ਪੁਰਖ ਪਹੁੰਚਿਆ ਹੈਗਾ, ਰੱਬ ਦਾ ਪਿਆਰਾ। ਕਿਉਂਕਿ ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਆਉਂਦਾ ਨਾ, ਉਹ ਸਾਰੀ ਰੱਬ ਦੇ ਪਿਆਰੇ ਨੇ, ਗੁਰੂ ਦੇ ਹਿੱਤ ਵਾਲੇ ਨੇ। ਜਿਹਨੂੰ ਗੁਰੂ ਨਾਲ ਹਿੱਤ ਨਹੀਂ, ਉਹ ਤਾਂ ਆਪਾਂ ਨੂੰ ਪਤਾ ਦੂਰ ਦੀ ਲੰਘੂਗਾ। ਦੂਰ ਦੀ ਲੰਘਣ ਤੋਂ ਭਾਵ ਉਹਦਾ ਮਨ ਦੂਰ ਹੁੰਦਾ, ਤਨ ਭਾਵੇਂ ਨੇੜੇ ਹੋਵੇ, ਮਨ ਦੇ ਵਿੱਚ ਖੋਟ ਹੁੰਦਾ ਹੈਗਾ। ਦਿਲ ਖੋਟੇ ਆਕੀ ਫਿਰਨ, ਉਹ ਤਾਂ ਦਿਲ ਦਾ ਖੋਟਾ ਹੁੰਦਾ ਤੇ ਗੁਰੂ ਤੋਂ ਆਕੀ ਹੋ ਜਾਂਦਾ। ਤੇ ਜਿਹੜਾ ਬੱਚਾ ਆਪਣੇ ਮਾਪਿਓ ਤੋਂ ਆਕੀ ਹੋ ਜੇ ਤੇ ਮਾਪਿਓ ਨਾਲ ਪਿਆਰ ਬਣ ਸਕਦਾ, ਕਦੇ ਵੀ ਨਹੀਂ ਬਣੂਗਾ। ਬਸ ਗੁਰੂ ਤੋਂ ਆਕੀ ਹੋਣਾ, ਮੂੰਹ ਮੋਟਾ ਕਰਨਾ, ਦਿਲ ਖੋਟਾ ਰੱਖਣਾ, ਅੰਦਰ ਖੋਟ ਨਾ ਗਵਾਉਣਾ। ਤੇ ਸਤਿਗੁਰੂ ਨੂੰ ਪਾਤਸ਼ਾਹ ਨੂੰ ਆ ਕੇ ਬੇਨਤੀ ਕਰਦੇ ਨੇ, ਪਾਤਸ਼ਾਹ ਕੀ ਸੰਗਤ ਕਰਨੀ ਜ਼ਰੂਰੀ ਆ? ਕਿ ਆਪ ਜੀ ਨੂੰ ਅਸੀਂ ਰੋਜ਼ਾਨਾ ਪਹੁੰਚ ਕੇ ਨਮਸਕਾਰ ਕਰਦੇ ਆ, ਇਹ ਨਮਸਕਾਰ ਕਰਨੀ ਜ਼ਰੂਰੀ ਆ? ਕਿ ਆਪ ਜੀ ਦੀ ਪਾਵਨ ਪਵਿੱਤਰ ਕਿਰਪਾ ਸਦਕਾ, ਬਾਣੀ ਦੀ ਬਖਸ਼ਿਸ਼ ਸਦਕਾ ਤੁਸੀਂ ਜੋ ਬਚਨ ਬਲਾਸ ਕਰਦੇ ਹੋ, ਇਹਨਾਂ ਬਚਨਾਂ ਦੇ ਸਦਕਾ ਕੀ ਸਾਨੂੰ ਗੁਰਬਾਣੀ ਪੜ੍ਹਨੀ ਜ਼ਰੂਰੀ ਆ? ਚਲੋ ਇਹਨੂੰ ਇਉਂ ਮੰਨ ਲਓ ਵੀ ਇਹ ਸਵਾਲ ਰੱਬ ਦੇ ਪਿਆਰੇ ਦਾ, ਬੁਰਹਾਨਪੁਰ ਦੀ ਧਰਤੀ ਦਾ ਨਹੀਂ, ਇਹ ਸਵਾਲ ਤਾਂ ਸਾਡਾ ਅੱਜ। ਅਸੀਂ ਵੀ ਇਹ ਸਵਾਲ ਕਰਦੇ ਹਾਂ, ਅਸੀਂ ਵੀ ਸਵਾਲ ਕਰਦੇ ਆ ਨਾ। ਤੇ ਇਸ ਸਵਾਲ ਨੂੰ ਆਪਾਂ ਥੋੜਾ ਜਿਹਾ ਪਿੱਛੇ ਲੈ ਚੱਲੋ। ਜਿਵੇਂ ਕਿ ਆਪਾਂ ਹੁਣੀ ਸੁਣਿਆ, ਆਪਾਂ ਲਫ਼ਜ਼ ਫਰੀਦ ਸਾਹਿਬ ਦੇ ਬਚਨਾਂ ਵਿੱਚ ਵਰਤਿਆ ਸੀਗਾ ਵੀ ਕੰਮ ਹੀ ਪੂਜਾ ਹੈ। ਕੋਈ ਸ਼ੱਕ ਨਹੀਂ ਹੈਗੀ ਆ, ਕੰਮ ਹੀ ਪੂਜਾ। ਪਰ ਕੰਮ ਪੂਜਾ ਕਦੋਂ ਬਣਦਾ? ਜਦੋਂ ਹੱਕ ਹਲਾਲ ਦੀ ਕਮਾਈ ਹੋਵੇ। 2 ਨੰਬਰ ਦੀ ਕਮਾਈ ਪੂਜਾ ਨਹੀਂ ਬਣਦੀ।
ਇੱਕ ਨੰਬਰ ਦੀ ਕਮਾਈ ਨਾ ਦੁਕਾਨਦਾਰੀ ਕਰਦੇ ਆ ਤਾਂ ਉਹ ਵੀ ਪੂਜਾ, ਗਾਹਕ ਰੱਬ ਦਾ ਰੂਪ ਆ। ਪਰ ਜੇ ਗਾਹਕ ਰੱਬ ਦਾ ਰੂਪ ਆ, ਗਾਹਕ ਦਾ ਗਲ ਨਹੀਂ ਵੱਢਣਾ ਹੁੰਦਾਗਾ, ਇਹ ਆਪਾਂ ਨੂੰ ਧਿਆਨ 'ਚ ਹੋਣਾ ਚਾਹੀਦਾ। ਦਿਹਾੜੀ ਕਰਨ ਵਾਲਾ ਵੀਰ ਨਾ, ਮਿਹਨਤ ਮਜ਼ਦੂਰੀ ਕਰਨ ਵਾਲਾ ਵੀਰ ਸਾਡੇ ਅਧੀਨ ਆ, ਸਾਡੇ ਗੁਲਾਮ ਆ, ਉਹ ਪਰਮੇਸ਼ਰ ਪਰਮਾਤਮਾ ਦਾ ਰੂਪ ਆ। ਕਿਉਂ? ਕਿਉਂਕਿ ਸਾਡੇ ਘਰ ਦਾ ਕੰਮ ਕਰ ਰਿਹਾ ਗਾ, ਸਾਡੇ ਘਰ ਦਾ ਗੋਹਾ ਕੂੜਾ ਸੁੱਟ ਰਿਹਾ, ਸਾਡੇ ਘਰ ਦੇ ਖੇਤੀ ਦੇ ਕਾਰਜ ਕਰ ਰਿਹਾ, ਦੁਕਾਨਦਾਰੀ ਦੇ ਕੰਮ ਕਰਦਾ, ਵਪਾਰੀ ਕਰਨ ਦੇ ਵਿੱਚ ਮੇਰੀ ਮਦਦ ਕਰਦਾ, ਦੂਰ ਨੇੜੇ ਵਰਕ ਕਰਦਾ ਗਾ, ਉਹ ਰੱਬ ਦਾ ਰੂਪ ਆ ਨਾ। ਅੱਛਾ, ਜੇ ਰੱਬ ਦਾ ਰੂਪ ਅਸੀਂ ਮੰਨਿਆ ਤਾਂ ਉਹਦਾ ਗਲ ਨਹੀਂ ਵੱਢਣਾ, ਉਹਨੂੰ ਨਜਾਇਜ਼ ਤੰਗ ਨਹੀਂ ਕਰਨਾ। ਪਰ ਸਾਡੀ ਕਈ ਵਾਰ ਭਾਵਨਾ ਹੁੰਦੀ ਆ ਵੀ 8 ਘੰਟਿਆਂ ਵਾਸਤੇ ਮਿਹਨਤ ਕਰਨ ਵਾਲਾ ਸਾਡੇ ਘਰੇ ਆਇਆ ਤੇ ਇਹਦਾ ਖੂਨ ਪੀ ਲਓ, ਟਿਕਣ ਨਾ ਦਿਓ ਇਹਨੂੰ। ਸਮੇਂ ਸਿਰ ਰੋਟੀ ਵੀ ਕੋਈ ਨਹੀਂ, ਪਾਣੀ ਵੀ ਕੋਈ ਨਹੀਂ, ਤੇ ਤਕਲੀਫ ਕੰਮ ਜ਼ਿਆਦਾ। ਪਰ ਸਮਝਿਆ ਨਹੀਂ ਵੀ ਉਹ ਬੰਦਾ ਪਰਮੇਸ਼ਰ ਦਾ ਰੂਪ ਆ। ਜੇ ਅਸੀਂ ਕਹਿੰਦੇ ਆ ਤਾਂ ਸੱਚਮੁੱਚ ਉਹਦੇ 'ਚ ਹੀ ਰੱਬ ਵਸਦਾ ਗਾ। ਜਾਣੀ ਕਿ ਕਿਰਤ ਨੂੰ ਮਾਨਤਾ ਦਿੱਤੀ ਹੈ ਗੁਰੂ ਸਾਹਿਬ ਨੇ, ਚੰਗੇ ਜੀਵਨ ਨੂੰ ਬਖਸ਼ਿਸ਼ ਕੀਤੀ ਆ, ਤੇ ਚੰਗੇ ਜੀਵਨ ਨਾਲ ਚੰਗੀ ਕਿਰਤ ਜੁੜ ਕੇ ਹੀ ਰੱਬ ਦੀ ਪੂਜਾ ਬਣ ਸਕਦੀ ਹੈ। 2 ਨੰਬਰ ਦੀ ਕਮਾਈ ਰੱਬ ਦੀ ਪੂਜਾ ਕਦੇ ਨਹੀਂ ਬਣਦੀ। ਹੁਣ ਇੱਥੇ ਸਵਾਲ ਆ ਵੀ ਕਿਰਤ ਅਸੀਂ ਕਰਦੇ ਆ, ਆਪਣੇ ਪਰਿਵਾਰ ਨੂੰ ਪਾਲਣਾ, ਤੁਸੀਂ ਕਹਿੰਦੇ ਹੋ ਧਰਮ, ਆਪਣੇ ਪਰਿਵਾਰ ਨੂੰ ਪਾਲਣਾ, ਤੁਸੀਂ ਕਹਿੰਦੇ ਹੋ ਕਿਰਤ ਕਰਨੀ, ਇਹੀ ਹੀ ਪੂਜਾ। ਫਿਰ ਕੀ ਤੁਹਾਡੀ ਸੰਗਤ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ, ਤੁਹਾਡੇ ਕੋਲ ਆ ਕੇ ਨਮਸਤਕ ਹੋਣਾ, ਕੀ ਇਹ ਲਾਜ਼ਮੀ ਆ? ਗੁਰੂ ਸਾਹਿਬ ਬੋਲੇ ਨਹੀਂ। ਜਵਾਬ ਬੜਾ ਪਿਆਰਾ ਦਿੱਤਾ ਪਾਤਸ਼ਾਹ ਨੇ। ਇਹ ਗੱਲ ਚੇਤੇ ਰੱਖਿਓ, ਇੱਥੇ ਨਾ ਕਈ ਵਾਰ ਆਪਾਂ ਇਹ ਗੱਲ ਇਤਿਹਾਸ ਦੇ ਵਿੱਚ ਸੁਣੀ ਆ, ਤੇ ਪਿੱਛੇ ਗੁਰਦੁਆਰਾ ਇੱਥੇ ਨਾ ਆਪਣੇ ਨੇੜੇ ਮਧੇਕੇ, ਇਥੋਂ ਦਾ ਇਤਿਹਾਸ ਵੀ ਆਪਾਂ ਸੁਣਿਆ ਸੀ ਵੀ ਗੁਰੂ ਸਾਹਿਬ ਜੀ ਦੇ ਉਂਗਲ ਦੇ ਵਿੱਚ ਜਾਂ ਅੰਗੂਠੇ ਦੇ ਵਿੱਚ ਕਹਿ ਲਓ ਵੀ ਪਾਕਾ ਨਿਕਲਿਆ ਸੀ। ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਗਾ, ਤੇ ਇੱਥੇ ਕਿਸੇ ਸੁਨਿਆਰੇ ਨੇ, ਰੱਬ ਦੇ ਪਿਆਰੇ ਨੇ, ਗੁਰੂ ਸਾਹਿਬ ਦੀ ਜਿਹੜੀ ਉਂਗਲ ਦੇ ਵਿੱਚ ਨਾ ਛਾਪ ਪਾਈ ਹੋਈ ਆ, ਉਹ ਵੀ ਕੱਢੀ ਸੀ। ਮਤਲਬ ਉਹ ਵਿੱਚ ਜੰਮ ਚੁੱਕੀ ਸੀ, ਕਹਿ ਲਓ ਫਸ ਚੁੱਕੀ ਸੀ, ਵੱਢ ਕੇ ਕਹਿ ਲਓ ਜਾਂ ਉਦਾਂ ਕਹਿ ਲਓ, ਜਿਵੇਂ ਮਰਜ਼ੀ ਕੱਢੀ। ਚਲੋ ਵੈਸੇ ਆਪਾਂ ਉਹ ਗੱਲ ਸ਼ਾਇਦ ਮੇਰੇ ਧਿਆਨ 'ਚ ਨਹੀਂ ਵੀ ਕੀਤੀ ਸੀ ਜਾਂ ਨਹੀਂ ਕੀਤੀ ਸੀ, ਉਹ ਛੱਡਤੀ ਸੀ। ਕਿਉਂਕਿ ਜਦੋਂ ਗੱਲ ਛਾਪ ਦੀ ਆ ਗਈ ਨਾ, ਤੇ ਆਪਣੇ ਮਨ 'ਚ ਸਵਾਲ ਕੀ ਆਊਗਾ? ਸਵਾਲ ਇਹ ਆਊਗਾ ਵੀ ਪੰਜ ਪਿਆਰੇ ਸਾਡੀਆਂ ਅੱਜ ਤਾਂ ਲਹਾ ਰਹੇ ਨੇ, ਫਿਰ ਗੁਰੂ ਸਾਹਿਬ ਨੇ ਕਿਉਂ ਪਾਈ ਸੀ? ਪਰ ਇਹਦੇ ਮਤਲਬ ਨੂੰ, ਇਹਦੇ ਕਾਰਨ ਨੂੰ ਆਪਾਂ ਨੂੰ ਬੁੱਝਣਾ ਪਊਗਾ। ਗੁਰੂ ਸਾਹਿਬ ਦੀ ਉਂਗਲ 'ਚ ਪਹਿਨੀ ਹੋਈ ਛਾਪ ਨੂੰ ਆਪਾਂ ਇਤਿਹਾਸ ਵਿੱਚੋਂ ਛਾਪ ਹੀ ਪੜਾਂਗੇ, ਮੁੰਦੀ ਨਹੀਂ ਪੜਾਂਗੇ, ਛੱਲਾ ਨਹੀਂ ਪੜਾਂਗੇ। ਇਹ ਮੁੰਦੀਆਂ ਛੱਲੇ ਸਾਡਾ ਅੱਜ ਇੱਕ ਇਉਂ ਕਹਿ ਲਓ ਵੀ ਸ਼ੌਂਕ ਬਣ ਗਿਆ, ਜਾਂ ਅਸੀਂ ਮਨਮੱਤ ਨਾਲ ਜੁੜੇ ਹੋਏ ਆ, ਨਗਾਂ ਵਾਲੇ ਛੱਲੇ ਪਾਉਣੇ, ਜਾਂ ਅਸੀਂ ਸੋਨੇ ਦੇ ਆਸ਼ਿਕ ਬਣ ਗਏ, ਚਾਂਦੀ ਦੇ ਆਸ਼ਿਕ ਬਣ ਗਏ, ਸਾਡਾ ਰਸ ਬਣ ਗਿਆ, ਸਾਡਾ ਚਸਕਾ ਬਣ ਗਿਆ। ਇਹ ਚਸਕਿਆਂ ਨੂੰ ਗੁਰੂ ਸਾਹਿਬ ਨੇ ਜਾਂ ਪੰਜ ਪਿਆਰਿਆਂ ਨੇ ਵਰਜਿਆ। ਚਸਕਾ ਕਿਸੇ ਵੀ ਚੀਜ਼ ਦਾ ਹੋਵੇ ਉਹ ਮਾੜਾ ਹੀ ਆ, ਰਸ ਕਿਸੇ ਵੀ ਚੀਜ਼ ਦਾ ਫਾਲਤੂ ਚੁੰਬੜ ਜੇ ਸਾਡੇ ਜੀਵਨ ਨੂੰ, ਉਹ ਮਾੜਾ ਹੀ ਆ। ਜੇ ਖਾਣ ਪੀਣ ਆ, ਦੇਖੋ ਖਾਣ ਪੀਣ ਤੋਂ ਬਿਨਾਂ ਸਰੀਰ ਨਹੀਂ ਚੱਲਦਾ, ਪਰ ਜੇ ਖਾਣ ਪੀਣ ਦਾ ਰਸ ਬਣ ਗਿਆ ਫਿਰ ਗੜਬੜਾ। ਇਹ ਤਾਂ ਗੜਬੜੀ ਹੈ ਨਾ। ਜਦੋਂ ਲੋੜ ਆ ਤਾਂ ਲੋੜ ਪੈਣ ਤੇ ਸਰੀਰ ਨੂੰ ਤੇਲ ਦੇਣਾ ਪੈਂਦਾ, ਜਾਨੀ ਕਿ ਖੁਰਾਕ ਦੇਣੀ ਪੈਂਦੀ ਆ। ਮੋਟਰਸਾਈਕਲ ਨੂੰ ਤੇਲ ਦੀ ਲੋੜ ਆ ਤਾਂ ਤੇਲ ਦੇਣਾ ਪੈਂਦਾ। ਵਾਹਿਗੁਰੂ ਭਲਾ ਕਰੇ। ਹੁਣ ਗੁਰੂ ਸਾਹਿਬ ਦੇ ਉਂਗਲ 'ਚ ਪੈਣੀ ਛਾਪ ਕਾਹਦੇ ਲਈ ਆ? ਉਹ ਮੋਹਰ ਦੀ ਤੌਰ ਤੇ ਗੁਰੂ ਸਾਹਿਬ ਵਰਤਦੇ ਨੇ। ਕੁਝ ਸਮਾਂ ਬਾਅਦ, ਆਪਾਂ ਉਦੋਂ ਬਾਅਦ ਗੱਲ ਕਰੀਏ ਨਾ, ਤੇ ਆਪਣੇ ਅੱਜ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਗੱਲ ਕਰੀਏ ਤਾਂ ਇਹ ਨੰਬਰਦਾਰਾਂ ਦੇ ਹੱਥਾਂ 'ਚ ਵੀ ਹੁੰਦੀਆਂ ਸੀ। ਇਹ ਮੋਹਰ ਦੇ ਤੌਰ ਤੇ ਕੰਮ ਆਉਂਦੀਆਂ ਸੀ, ਮੋਹਰ ਲੱਗਦੀ ਸੀ। ਤੇ ਆਪਾਂ ਜਦੋਂ ਸੁਣਦੇ ਆ ਨਾ ਵੀ ਗੁਰੂ ਸਾਹਿਬ ਦੀਆਂ ਫਲਾਣੇ ਤਖਤ ਤੇ ਮੋਹਰਾਂ ਪਈਆਂ ਨੇ, ਤੇ ਮੋਹਰ ਦਾ ਉੱਪਰਲਾ ਜਿਹੜਾ ਹਿੱਸਾ ਹੁੰਦਾ ਉਹ ਛਾਪ ਦੇ ਵਰਗਾ ਹੁੰਦਾ, ਜਿਵੇਂ ਛਾਪ ਹੁੰਦੀ ਆ। ਸਮਾਂ ਪਾ ਕੇ ਇਹ ਛਾਪ ਅੱਜ ਦੇ ਡਿਜ਼ਾਈਨ ਵਿੱਚ ਬਦਲ ਗਈ। ਅੱਜ ਸਮੇਂ ਪਾ ਕੇ ਬਦਲ ਗਈ ਨਾ, ਵਾਹਿਗੁਰੂ ਭਲਾ ਕਰੇ। ਇਹਨੂੰ ਆਪਾਂ ਸਮਝਣਾਗਾ। ਤਾਂ ਗੁਰੂ ਸਾਹਿਬ ਨੇ ਉੱਥੇ ਆਪਣੀ ਉਂਗਲ ਵਿੱਚੋਂ ਛਾਪ ਲਾਹੀ, ਕੱਢੀ, ਸਿਆਹੀ ਲਾਈ, ਤੇ ਉੱਪਰ ਕਾਗਜ਼ ਤੇ ਛਾਪ ਲਾਤੀ। ਛਾਪ ਲਾ ਕੇ ਗੁਰੂ ਸਾਹਿਬ ਨੇ ਉਹ ਕਾਗਜ਼ ਆਪਣੇ ਬੰਨੀ ਕਰ ਲਿਆ, ਤੇ ਛਾਪ ਉਸ ਵੀਰ ਬੰਨੀ ਕਰਤੀ। ਕਹਿੰਦਾ ਛਾਪ ਦੇ ਅੱਖਰ ਪੜ੍ਹ ਕੇ ਸੁਣਾਓ ਕੀ ਲਿਖਿਆ। ਤੇ ਉਹ ਵੀਰ ਕਹਿੰਦਾ ਜੀ ਛਾਪ ਦੇ ਅੱਖਰ ਤਾਂ ਪੁੱਠੇ ਨੇ, ਤੇ ਪੁੱਠੇ ਅੱਖਰ ਪੜ੍ਹਨੇ ਔਖੇ ਆ।
ਪੁੱਠੇ ਅੱਖਰ ਨਹੀਂ ਪੜ੍ਹੇ ਜਾਂਦੇਗੇ, ਔਖੇ ਨੇ। ਪੜ੍ਹ ਤਾਂ ਲਵਾਂਗੇ ਪਰ ਬਹੁਤ ਮਿਹਨਤ ਕਰਨੀ ਪਊਗੀ। ਜਾਂ ਆਰ ਪਾਰ ਦਿਸਦੇ ਹੁਣ ਫਿਰ ਪੜ੍ਹੇ ਜਾ ਸਕਦੇ ਆ, ਪਰ ਜਿਹੜੇ ਮੋਹਰ ਨਾਲ ਚੁੰਬੜੇ ਹੋਏ ਆ ਨਾ, ਛਾਪ ਨਾਲ ਚੁੰਬੜੇ ਹੋਏ ਨੇ, ਇਹ ਅੱਖਰ ਤਾਂ ਪੜ੍ਹਨੇ ਔਖੇ ਨੇ, ਔਖੇ ਆ ਨਾ। ਤੇ ਗੁਰੂ ਸਾਹਿਬ ਨੇ ਫਿਰ ਉਹ ਕਾਗਜ਼ ਮੂਹਰੇ ਕਰਤਾ, ਹੁਣ ਪੜ੍ਹੋ। ਤੇ ਉਸ ਵੀਰ ਨੇ ਦੱਸਤਾ ਵੀ ਅੱਖਰ ਸਿੱਧੇ ਹੋ ਗਏ ਤਾਂ ਪੜ੍ਹੇ ਗਏ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਉਸ ਵੀਰ ਦੇ ਸਵਾਲ ਦਾ ਜਵਾਬ ਕੀ ਦਿੱਤਾਗਾ, ਸਾਡੀ ਜ਼ਿੰਦਗੀ ਦੇ ਲੇਖ ਨਾ ਪੁੱਠੇ ਨੇ, ਪੁੱਠੇ ਆ ਨਾ। ਤੇ ਜਦੋਂ ਗੁਰੂ ਚਰਨਾਂ ਵਿੱਚ ਅਸੀਂ ਬਹਿ ਜਾਂਦੇ ਆ, ਗੁਰੂ ਚਰਨਾਂ ਵਿੱਚ ਧਿਆਨ ਜੋੜਦੇ ਆ, ਮਾਲਕ ਦੀ ਬਾਣੀ ਨਾਲ ਜੁੜ ਜਾਂਦੇ ਆ, ਤਾਂ ਸਾਡੀ ਜ਼ਿੰਦਗੀ ਦੇ ਕਰਮ ਪੁੱਠੇ ਇਹ ਸਿੱਧੇ ਹੋ ਜਾਂਦੇ ਨੇ। ਇਹ ਗੁਰੂ ਕੋਲੇ, ਗੁਰੂ ਦੀ ਸੰਗਤ 'ਚ, ਗੁਰੂ ਦੀ ਬਾਣੀ 'ਚ ਕਲਾ ਗਈ। ਤੇ ਉਸ ਵੀਰ ਨੇ ਆਪਣਾ ਮੱਥਾ, ਆਪਣਾ ਸਿਰ ਗੁਰੂ ਚਰਨਾਂ ਵਿੱਚ ਟਿਕਾ ਦਿੱਤਾ, ਧਰ ਦਿੱਤਾ ਤੇ ਮਾਲਕ ਅੱਗੇ ਹੱਥ ਜੋੜ ਲਏ। ਦਾਤਿਆ ਬੜੇ ਦਿਨਾਂ ਦਾ ਇਹ ਦਿਮਾਗ ਦੇ ਵਿੱਚ ਨਾ ਸ਼ੰਕਾ ਸੀ, ਸਵਾਲ ਸੀ, ਮੇਰਾ ਸਵਾਲ ਨਿਕਲ ਗਿਆ। ਪਰ ਇਹ ਸਵਾਲ ਉਹ ਵੀਰ ਦਾ ਨਹੀਂ, ਇਹ ਸਵਾਲ ਤਾਂ ਅੱਜ ਸਾਡਾ। ਕੀ ਬਾਣੀ ਪੜ੍ਹਨੀ ਜ਼ਰੂਰੀ ਆ? ਕੀ ਮੱਥਾ ਟੇਕਣਾ ਜ਼ਰੂਰੀ ਆ? ਕੀ ਗੁਰੂ ਸੰਗਤ ਕਰਨੀ ਜ਼ਰੂਰੀ ਆ? ਕੀ ਸੇਵਾ ਕਰਨੀ ਜ਼ਰੂਰੀ ਆ? ਪਰ ਇਹਨੂੰ ਸਾਰੇ ਕਾਸੇ ਨੂੰ ਆਪਾਂ ਐਂਡ ਤੇ ਕੋਈ ਗੱਲ ਕਹਿ ਸਕਦੇ ਆ ਵੀ ਹਾਂ ਭਾਈ ਸਭ ਕੁਝ ਕਰਨਾ ਜ਼ਰੂਰੀ ਆ। ਕਿਰਤ ਦੇ ਨਾਲ ਨਾਲ ਗੁਰੂ ਦੀ ਕੀਰਤੀ ਕਰਨੀ ਵੀ ਜ਼ਰੂਰੀ ਆ। ਦੋਨੇ ਕਨਸੈਪਟ ਨੇ, ਕਿਰਤ ਤੇ ਕੀਰਤੀ। ਸਿੱਖ ਕਿਰਤ ਤੇ ਕੀਰਤੀ ਨੂੰ ਪਹਿਲ ਦਿੰਦਾ, ਕਿਰਤ ਨੂੰ ਵੀ ਤੇ ਕੀਰਤੀ ਨੂੰ ਵੀ। ਦੱਬ ਕੇ ਵਾਹ ਉਹ ਵੀ ਕਨਸੈਪਟ ਰੱਖਦਾ, ਤੇ ਗੁਰੂ ਸਾਹਿਬ ਨਾਲ ਜੁੜ ਕੇ ਮਾਲਕ ਦੀ ਕੀਰਤੀ ਵੀ ਕਰਦਾ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪਾਂ ਨੂੰ ਪਤਾ ਤਾਪ ਦੀ ਨਦੀ, ਇਹ ਬੜੀ ਕਹਿੰਦੇ ਸਾਫ਼ ਪਵਿੱਤਰ ਜਲ ਵਾਲੀ ਨਦੀ ਆ। ਇੱਥੇ ਵੀ ਗੁਰੂ ਸਾਹਿਬ ਨੇ ਆਪਣਾ ਬੁਰਹਾਨਪੁਰ ਤੋਂ ਅੱਗੇ ਪੜਾਅ ਕੀਤਾ। ਇੱਥੇ ਵੀ ਬੜੇ ਰੱਬ ਦੇ ਪਿਆਰੇ ਆ ਕੇ ਗੁਰੂ ਸਾਹਿਬ ਨੂੰ ਮਿਲਦੇ ਨੇ। ਉਹਨਾਂ ਨੇ ਆ ਕੇ ਆਪਣੇ ਆਪਣੇ ਜਿਹੋ ਜਿਹੇ ਵਿਚਾਰ ਨੇ ਗੁਰੂ ਨਾਲ ਸਾਂਝੇ ਕੀਤੇ ਨੇ, ਗੁਰੂ ਨਾਲ ਸਾਂਝੇ ਕੀਤੇ ਨੇ। ਇਸ ਨਦੀ ਦੇ ਕੰਢੇ ਤੇ ਹੀ ਇੱਕ ਜੀਵਨ ਨਾਮੀ ਸਾਧੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਿਆ ਸੀ। ਤੇ ਜਿਹੜਾ ਇਹ ਜੀਵਨ ਨਾਮੀ ਸਾਧੂ ਆ ਨਾ, ਤੇ ਜਿਹੜਾ ਇਹ ਗੁਰੂ ਸਾਹਿਬ ਨੂੰ ਆ ਕੇ ਮਿਲਦਾਗਾ, ਤੇ ਇੱਥੇ ਇਹਦੇ ਮਿਲਣ ਦਾ ਇੱਕ ਕਾਰਨ ਸੀ। ਇਹ ਡਿੱਗਦਾ, ਜਾਣੀ ਕਿ ਨਾ ਵੀ ਨਿਰਵਲ ਹੋ ਚੁੱਕਾ, ਡਿੱਗਦਾ ਢਹਿੰਦਾ ਆਇਆ ਸੀ ਗੁਰੂ ਸਾਹਿਬ ਕੋਲ। ਇਹਦੇ ਮਿਲਣ ਦਾ ਇੱਕ ਕਾਰਨ ਸੀ। ਥੋੜਾ ਸੋਚਣਾ ਪਊਗਾ ਉਹ ਕਾਰਨ ਕੀ ਆ, ਵਜ੍ਹਾ ਕੀ ਆ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਅਸਾਮ ਦੇ ਵਿੱਚ ਨੇ ਪ੍ਰਚਾਰਕ ਦੌਰੇ ਤੇ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਤਾਂ ਜਿੰਨੇ ਵੀ ਉਹਨਾਂ ਨੇ ਪ੍ਰਚਾਰਕ ਦੌਰੇ ਕੀਤੇ ਨੇ, ਸਾਰੇ ਪ੍ਰਚਾਰਕ ਦੌਰਿਆਂ ਦੇ ਇਹ ਵੀਰ ਨਾਲ ਸੀ। ਜਾਣੀ ਕਿ ਇਸ ਸਾਧੂ ਨੂੰ ਆਪਾਂ ਨਾਲ ਕਹਿ ਸਕਦੇ ਆ, ਇਹ ਸਾਧੂ ਨਾਲ ਸੀਗਾ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਆ ਕੇ ਟਿਕ ਗਏ, ਤਾਂ ਉਦੋਂ ਇਹ ਤਾਪ ਦੀ ਨਦੀ ਦੇ ਕੋਲ ਇੱਕ ਨਗਰ ਆ ਜਿਹਦਾ ਨਾਮ ਆ ਹੰਡਿਆ। ਤੇ ਉਸ ਹੰਡਿਆ ਨਗਰ ਦੇ ਵਿੱਚ ਆ ਕੇ ਟਿਕ ਗਿਆ ਸੀਗਾ। ਉੱਥੇ ਆ ਕੇ ਇਹ ਰਹਿ ਪਿਆ ਸੀਗਾ ਆਪਦੇ ਜਾਣੀ ਕਿ ਟਿਕਾਣੇ ਤੇ। ਤੇ ਇਹਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਤਾਪ ਦੀ ਨਦੀ ਦੇ ਕਿਨਾਰੇ ਤੇ ਪੜਾਅ ਕੀਤਾ ਵਿਆਗਾ। ਫਿਰ ਇਹ ਬੜੀ ਮਤਲਬ ਕਿ ਤਾਂਘ ਦੇ ਨਾਲ ਆਇਆ, ਭਾਵੇਂ ਇਹਦਾ ਸਰੀਰ ਬੁਢੇਪੇ ਦੇ ਵਿੱਚ ਚਲਾ ਗਿਆ, ਤੁਰਿਆ ਨਹੀਂ ਜਾਂਦਾ, ਹੱਥ ਪੈਰ ਹਲਦੇ ਨਹੀਂ, ਤਨ ਬਲ ਰਹਿਤ ਹੋ ਚੁੱਕਿਆ ਹੈਗਾ, ਨੈਣੋ ਨੀਰ ਵਹਿ ਤਨ ਖੀਨਾ ਵਾਲੀ ਅਵਸਥਾ ਬਣ ਚੁੱਕੀ ਆ। ਪਰ ਫਿਰ ਵੀ ਜਦੋਂ ਕਿਸੇ ਨੂੰ ਮਿਲਣਾ ਹੋਵੇ ਨਾ, ਤੇ ਬੰਦੇ ਅੰਦਰ ਤਾਕਤ ਆ ਜਾਂਦੀ ਆ। ਗੁਰੂ ਕਿਰਪਾ ਕਰੇ, ਤਾਕਤ ਉੱਥੇ ਆਉਂਦੀ ਆ ਜਿੱਥੇ ਪਿਆਰ ਹੋਵੇ। ਪਿਆਰ ਵਿੱਚ ਭਿੱਜ ਕੇ ਆਪਾਂ ਕਿਸੇ ਨੂੰ ਮਿਲਣਾ, ਉੱਥੇ ਤਾਕਤ ਆ ਜਾਂਦੀ ਆ। ਬੰਦੇ ਦਾ ਜੀ ਕਰਦਾ ਵੀ ਹੁਣ ਤਾਂ ਭੱਜ ਕੇ ਚੱਲ, ਨਿਕਲ ਚੱਲ ਛੇਤੀ ਛੇਤੀ ਜਾ ਕੇ ਆਪਾਂ ਆਪਣੇ ਮਿੱਤਰ ਨੂੰ, ਆਪਣੇ ਪਿਆਰੇ ਨੂੰ, ਆਪਣੇ ਦੋਸਤ ਨੂੰ ਮਿਲਣਾ। ਪਰ ਇਹ ਤਾਂ ਗੱਲ ਗੁਰੂ ਨੂੰ ਮਿਲਦੀ ਹੈ, ਤੇ ਗੁਰੂ ਨੂੰ ਮਿਲਣ ਤਾਂ ਬੜੀ ਵੱਡੀ ਤਾਂਘ ਪੈਦਾ ਅੰਦਰ ਹੋਈ ਆ। ਸੋ ਗੁਰੂ ਕਿਰਪਾ ਕਰੇ, ਇਹ ਜੀਵਨ ਨਾਮੀ ਸਾਧੂ ਤਾਪ ਦੀ ਨਦੀ ਦੇ ਕੰਢੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਕੇ ਮਿਲਦੇ ਨੇ। ਸਤਿਗੁਰਾਂ ਨੇ ਸਾਹਮਣੇ ਆਉਂਦਾ ਦੇਖ ਲਿਆ, ਕਦੇ ਤੁਰ ਪੈਂਦਾ, ਕਦੇ ਖੜ ਜਾਂਦਾ, ਕਦੇ ਬਹਿ ਜਾਂਦਾ, ਸਰੀਰ ਸਾਥ ਨਹੀਂ ਦਿੰਦਾ, ਪਰ ਤਾਂਘ ਅੰਦਰ ਬਹੁਤ ਆ। ਇਹਨੂੰ ਆਪਾਂ ਇਹ ਕਹਿ ਸਕਦੇ ਆ, ਆਪਣੇ ਨਾਲ ਤਾਂ ਗੱਲ ਜੁੜਦੀ ਆ ਵੀ ਸਰੀਰ ਬੰਦੇ ਦਾ ਬੁੱਢਾ ਹੋ ਗਿਆ ਤੇ ਤਮਾ ਹੋ ਗਈ ਜਵਾਨ। ਤਮਾ ਜਵਾਨ ਹੋ ਗਈ ਨਾ, ਸਾਡੀ ਤਮਾ ਜਵਾਨ ਆ, ਸਰੀਰ ਬੁੱਢਾ। ਜਿਹੜੇ ਮਰਜੀ ਬੁੱਢੇ ਨੂੰ ਛੇੜ ਲੋ, ਕਹਿੰਦਾ ਮੇਰੇ ਬਿਨਾਂ ਤਾਂ ਘਰ ਹੀ ਨਹੀਂ ਚੱਲਦਾ,
चल आपां नूं इन्नी गल कहनी लाजमी है, जे आपां गुरमत नाल जुड़े आ बापू, जदों नूहां दा पोत नूहां दा पुत्रां दा पोतरियां दा घर विच राज हो जे ना, उदों आप ही पासा वट ले तां चंगी गल आ, ते नहीं तां फिर उदों बाद छित्र खाण दा धारनी बंदा हो जांदा। अगला भाई साडी नहीं चलण देवेगा। पर गुरु किरपा करे साडी उत्थे तमा जवान हो गई, असीं टोक रहे हैं ते फिर साडी टोक उत्थे काम नहीं करदी। गुरु बख्शिश करे। हुण इस बजुर्ग दी भी तमा जवान हो गई, पर साडी तमा किस काम लई जवान आ? साडी तमा किस काम लई जवान आ? ते इस जीवन नामी साधु दी तमा किस काम लई जवान आ? इस साधु दी तमा ना गुरु नूं मिलण लई जवान आ। शरीर निर्बल आ, शरीर कमजोर आ, गुरु नूं मिलण लई तांग बन गई। ते हुण अंदरों बहुत वड्डा प्यार आ, प्यार दी खिच आ, ते शरीर डाउन आ। शरीर डाउन होण करके कदे खड़दा ते कदे रुकदा। सन्मुख सामणे इस तरह की हालत जो बनी देखी ना, गुरु साहब अपने आसन तो उठ के भज के आप गए ते आप जाके ना गुरु साहब इउं कह लो जिन्हों आपां कह लईए भी जफ्फी च लेके गोद च लेके चक के आप लेके आए। वो कहंदा नहीं पातशाह तुसी ना मैनू चक्को, तुसी मैनू ना चक्को, नहीं 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 तुसी मैनू छड़ दिओ, मैं आपे आऊंगा। पर गुरु साहब कहंदे नहीं, सामने तू दुखी होवें ते साडा इस तरह का मतलब नहीं, ते तेरे दुख नूं तेरे तन की कमजोरी नूं असीं वेखदे रहीए। ते गुरु साहब आप चक के लिआए। ये एक नहीं कहानी पंजवें पातशाह नाल भी जुड़दियां ने। लाहौर तो काबल कंधार तो गुरु की संगत आउंदी है ना, गुरु साहब दर्शन करन लई कोई बजुर्ग आगा वो रस्ते विच निर्बल होण करके ताकत रहत होण करके बह जांदा, ते पंजवें पातशाह आप जाके लेके आए सी, आपदे मोढिਆਂ ते बहा के बजुर्ग नूं लेके आए सी। ते बाबा बुढ़ा जी नूं छेवें पातशाह ने कहा सी कोई ना मैं चक के ले जा करूं। अच्छा ये साडे नाल भी कहानी वापरूगी। देखो बुढ़े तो असीं भी होना ना, साडे नाल भी गल वापर सकदी आ, वापर सकदी आ। पर जे साडी जिहड़ी अज आपां पहले विषय नाल संबंध गल कीती, जे नीयत साफ होवे, जे अंदरों दिलों प्यार होवे, ते जे शरारतां साडे अंदर, जे साडे अंदर भैड़े ख्याल ने, जे साडी सोच विचार वधिया नहीं है, तां गुरु साहब साडे नाल इदां दा हित नहीं करनगे। हित उन्हां नाल होऊगा जिन्हां दी अंदरों नीयत साफ आ। हुण इहदे अंदर तां क्यों बनी सी? इह ओही गुरु गोबिंद सिंह आ जिहनूं अपने हत्थां नाल ना चक के खड़ाया सीगा पटना साहिब दी धरती ते। अज किड्डा वडभागा दिन चढ़िया, किन्ना वधिया टाइम आयागा, ते मेरे दर्शन वाहिगुरू मैं गुरु दे दर्शन करन दे लई गुरु कोल जावांगा। फिर ये जीवन साधु नामी दा जिहड़ा पुरख आ ना, ये गुरु साहब नूं आके मिलदागा। बेशक गुरु साहब नालों उमर वडेरी आ, बेशक सेवा भी बहुत कीती आ। गुरु तेग बहादुर साहब दे नाल मिल के पटना साहब दे विच गुरु गोबिंद राय दी भी सेवा कीती आ, माता गुजर कौर दी भी सेवा कीती आ, सेवा बड़ी कीती आ। सारी सेवा तो खुश होके ते अज धन गुरु गोबिंद सिंह सच्चे पातशाह ने ना फिर बख्शियां कीतियां ने। बख्शियां की कीतियां ने, रहिंदी दुनिया तक तैनूं लोक याद रखणगे। हंडिया पिंड दे विच हजूर साहब जांदियां नूं इस जीवन नामी साधु दे नाम ते गुरद्वारा साहिब सुशोभित है। फिर उत्थे बुरहानपुर दे विच ही पातशाह दा जिहड़ा गुरद्वारा साहब बनया वा, बड़ी संगत बनया बैगा, ते सतगुरु गुरु पातशाह जी दे उत्थे सुबह शाम दे दीवानां विच संगत बहुत जुड़दी सी, ते बड़ी संगत, बड़ी तो भाव वड्डी गिणती दी संगत जुड़न लगी सी। ते अज गुरद्वारा साहिब वाहवा डाढ़े किन्नी डाढ़े नूं बिहारी बड़ी संगत नाम दा गुरद्वारा बनया वा। चलो मालक बख्शिश करे। इस तो बाद धन गुरु सच्चे पातशाह जी अगे नदेड़ साहब दी धरती ते चले जांदे ने, जिन्हों आपां इउं भी कह सकते हैं सौखे लफजां दे विच धन गुरु गोबिंद सिंह महाराज जी महाराष्ट्र दे विच प्रवेश हो गए। इनू आपां इह भी कह सकते हैं गुरु साहब जी अपने आखिरी पड़ाव ते चले गए, आखिरी पड़ाव ते। हुण इत्थे सतगुरु गुरु गोबिंद सिंह महाराज जी जदों आखिरी पड़ाव ते गए ने, तां पहला पड़ाव कित्थे कीता? पहला पड़ाव धन गुरु गोबिंद सिंह सच्चे पातशाह ने ना गोदावरी दे कंढे ते कीता सी, जो इतिहासकार लिखते हैं। ते गोदावरी दे कंढे तो तख्त तां काफ़ी दूर है ना, जिथे गुरु साहब जी दा अंगीठा भी बनया हुआ, भाई दया सिंह धर्म सिंह दा अंगीठा भी बनया हुआ है।
चलो मालक किरपा करे। हुण इत्थे तां आखिरी पड़ा ने, तो बहुत टाइम पातशाह जी गुजरे ने, ते सितंबर दे महीने च पहुंच गए सी इत्थे। सितंबर दे महीने विच धन गुरु गोबिंद सिंह महाराज जी गोदावरी दे कंढे ते पहुंच गए सन। हुण पिछे मुड़िओ थोड़ा जा। बहादुर शाह टाल मटोले करदा रहा भी गुरु साहब दे ਜਿਹੜੇ ਬਚਨ ਸੀ ਉਹਨਾਂ ਬਚਨਾਂ ਨੂੰ, ਉਹਨਾਂ ਸ਼ਰਤਾਂ ਨੂੰ ਨਾ ਮੰਨਣ ਦੀ ਭਾਵਨਾ ਬਣ ਗਈ ਵੀ ਆਪਾਂ ਮੰਨਣੀਆਂ ਨਹੀਂ। ਗੁਰੂ ਸਾਹਿਬ ਤਾਂ ਜਾਣੀ ਜਾਣਾ ਨਾ, ਤੇ ਪਰ ਪਾਤਸ਼ਾਹ ਨੇ ਤਾਂ ਇੱਕ ਪਰਖ ਕਰਨ ਵਾਸਤੇ ਕੰਮ ਕਿਹਾ ਸੀ ਵੀ ਆਪਾਂ ਪਰਖ ਕਰਕੇ ਵੇਖਣੀ ਆ ਵੀ ਇਹ ਕੰਮ ਇਹ ਕਰ ਸਕੂਗਾ ਜਾਂ ਨਹੀਂ ਕਰਦਾਗਾ। ਪਰ ਟਾਲ ਮਟੋਲਾ ਕਰਦਾ ਰਿਹਾ। ਫਤਿਹਗੜ੍ਹ ਜਾਣੀ ਕਿ ਸਰਹੰਦ ਵੀ ਕਨੈਕਟ ਕਰਕੇ ਵੇਖ ਲਿਆ, ਸਾਂਸਲ ਵੇਗ, ਵਾਂਸਲ ਵੇਗ, ਜਿੰਨੇ ਵੀ ਗੁਰੂ ਘਰ ਦੇ ਦੁਖੀ ਨੇ ਸਾਰਿਆਂ ਨਾਲ ਤਾਲਮੇਲ ਬਣਾ ਕੇ ਦੇਖ ਲਿਆ, ਆਪਦੇ ਅਹਿਲਕਾਰਾਂ ਨਾਲ ਵੀ ਤਾਲਮੇਲ, ਮੰਤਰੀਆਂ ਨਾਲ ਬਣਾ ਕੇ ਦੇਖ ਲਿਆ ਵੀ ਕਿਵੇਂ ਹੋਣਾ ਚਾਹੀਦਾ। ਸਾਰਿਆਂ ਨੇ ਮਨਾ ਕਰਤਾ। ਦੇਖ ਲਾ, ਜੇ ਤੂੰ ਕਿਸੇ ਨੂੰ ਕੁਝ ਕਹੇਗਾ ਨਾ ਤੇ ਫਿਰ ਬਗਾਵਤ ਉੱਠ ਖੜੂਗੀ ਤੇ ਤੇਰੇ ਹੱਥੋਂ ਕੁਰਸੀ ਖੁੱਸ ਜੂ। ਅੱਜ ਵੀ ਆਹੀ ਹਾਲ ਆ। ਵੋਟਾਂ ਤੋਂ ਪਹਿਲਾਂ ਬੜੀ ਵੱਡੀ ਲਿਸਟ ਹੁੰਦੀ ਆ, ਦੇਖੋ ਤੁਹਾਡੇ ਸਾਰੇ ਕੰਮ ਕਰਾਂਗੇ ਅਸੀਂ। ਸੌਹਾਂ ਵੀ ਬੂਥੜ ਦਰਬਾਰ ਸਾਹਿਬ ਕਰੀ ਨੂੰ ਕਰਕੇ ਖਾ ਲੈਂਦੇ ਨੇ, ਹਨਾ, ਖਾ ਲੈਂਦੇ ਆ ਨਾ। ਝੂਠੀਆਂ ਸੌਹਾਂ ਵੀ ਖਾ ਜਾਂਦੇ ਨੇ। ਸਾਡਾ ਕੱਖ ਨਾ ਰਹੇ, ਬੇਫਿਕਰ ਰਹੋ, ਪਰਮਾਤਮਾ ਹੈਗਾਗਾ, ਕੱਖ ਰਹਿੰਦਾ ਵੀ ਨਹੀਂਗਾ। ਛਾਂਸਾ ਨਾ ਕਰੋ, ਕੋਈ ਗੱਲ ਨਹੀਂ, ਉਹ ਹੈਗਾ ਦਾਤਾ, ਭਰੋਸਾ ਯਕੀਨ ਆ। ਇਹ ਤਾਂ ਵੱਡੇ ਵੱਡਿਆਂ ਦੀਆਂ ਕਬਰਾਂ ਤੇ ਘਾਹ ਉੱਗਿਆ ਆ, ਤੇ ਤੁਸੀਂ ਕਿਹਦੇ ਵਿਚਾਰੇ ਹੋ। ਮਾਲਕ ਕਿਰਪਾ ਕਰੇ, ਦਿਨ ਬਹੁਤੀ ਦੂਰ ਨਹੀਂ, ਨੇੜੀ ਨੇ। ਝੂਠੀਆਂ ਸੌਹਾਂ ਖਾਣ ਵਾਲੇ ਇੱਥੇ ਵੀ ਬਹੁਤ ਨੇ। ਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਣੀ ਆ, ਇਹ ਗੱਲ ਕਹੀ ਹੈ ਵੀ ਸਹੁੰ ਖਾਣ ਵਾਲੇ ਤੇ ਇਤਬਾਰ ਤਾਂ ਜਮੀ ਨਹੀਂ ਕਰਨਾ। ਹਾਂ, ਜੇ ਕੋਈ ਬੰਦਾ ਨਾ ਉਦਾਂ ਹੀ ਵਿਸ਼ਵਾਸ ਦਿਵਾਉਂਦਾ ਵੀ ਮੇਰੀ ਗੱਲ ਤੇ ਯਕੀਨ ਕਰ ਯਾਰ, ਉਹ ਤੇ ਵਿਸ਼ਵਾਸ ਕਰ ਲੋ, ਪਰ ਸਹੁੰ ਖਾਣੇ ਵਾਲੇ ਤੇ ਤਾਂ ਵਿਸ਼ਵਾਸ ਜਮੀ ਨਹੀਂ ਕਰਨਾ। ਹੁਣ ਬਹਾਦਰ ਸ਼ਾਹ ਆਪਦੇ ਅਹਿਲਕਾਰਾਂ ਨਾਲ ਰਾਏ ਕਰਦਾ, ਕਹਿੰਦਾ ਫਿਰ ਕੀ ਹੋਣਾ ਚਾਹੀਦਾ ਵੀ ਜਿਹੜੀ ਇਹ ਗੱਲ ਗੁਰੂ ਸਾਹਿਬ ਨੇ ਸਾਨੂੰ ਕਹੀ ਆ, ਸਾਨੂੰ ਸ਼ਰਤਾਂ ਦਿੱਤੀਆਂ ਨੇ, ਇਹਨਾਂ ਤੋਂ ਗੁਰੂ ਸਾਹਿਬ ਦਾ ਧਿਆਨ ਪੱਟਣ ਦੇ ਲਈ ਕੀ ਹੋਣਾ ਚਾਹੀਦਾ ਵੀ ਆਪਾਂ ਧਿਆਨ ਪਾਸੇ ਕਰ ਦਈਏ। ਤੇ ਧਿਆਨ ਪਾਸੇ ਕਰਨ ਦੇ ਲਈ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਰੁਲ ਗਏ। ਧਿਆਨ ਪਾਸੇ ਕਰਨ ਦੇ ਲਈ ਨੌਜਵਾਨਾਂ ਤੇ ਗੋਲੀਆਂ ਵੀ ਚੱਲ ਜਾਂਦੀਆਂ ਨੇ। ਆਪਾਂ ਨੂੰ ਪਤਾ ਨਾ, ਧਿਆਨ ਪਾਸੇ ਕਰਨ ਦੇ ਲਈ ਲੀਡਰਾਂ ਨੂੰ ਕੁਛ ਵੀ ਕਰਨਾ ਪਵੇ ਉਹ ਸਭ ਕੁਛ ਕਰ ਲੈਂਦੇ ਨੇ। ਸਭ ਤੋਂ ਪਹਿਲਾਂ ਧਿਆਨ ਪਾਸੇ ਕਰਨ ਦੇ ਲਈ ਉਹ ਬੰਦਿਆਂ ਨੂੰ ਖਰੀਦਦੇ ਹੁੰਦੇ ਆ। ਖਰੀਦਦਾਰੀ ਚੱਲਦੀ ਹੈ ਨਾ, ਅੱਜ ਵੀ ਖਰੀਦਦਾਰੀ ਹੈਗੀ ਆ। ਕੌਣ ਕਿੰਨੇ ਚ ਵਿਕਦਾ ਉਹ ਮਾਲਕ ਜਾਣਦਾ, ਕੌਣ ਕਿੰਨੇ ਚ ਵਿਕਦਾ। ਸਭ ਤੋਂ ਪਹਿਲਾ ਪੁਆਇੰਟ ਲੀਡਰਾਂ ਦਾ ਖਰੀਦਣਾ ਹੁੰਦਾ ਵੀ ਇਹਨੂੰ ਖਰੀਦੋ। ਇਹ 2-4 ਪਲਾਟਾਂ ਤੇ ਖਰੀਦਿਆ ਜਾਊਗਾ ਨਾ, 1 ਲੱਖ ਤੇ ਖਰੀਦਿਆ ਜਾਊ ਨਾ, ਕਰੋੜ ਤੇ ਨਾ, ਕਿੰਨੇ ਤੇ ਖਰੀਦਿਆ ਜਾਊ, ਜਿੰਨੇ ਤੇ ਖਰੀਦਿਆ ਜਾਊ ਇਹਨੂੰ ਖਰੀਦੋ। ਹੁਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਨਾ ਸੌਦਾ ਹੋਣ ਲੱਗ ਗਿਆ। ਹੁਣ ਇੱਥੇ ਧਿਆਨ ਦਿਓ, ਅਸੀਂ ਵਿਕ ਜਾਂਦੇ ਆ ਪਰ ਗੁਰੂ ਨਹੀਂ ਵਿਕਿਆ, ਗੁਰੂ ਵਿਕਿਆ ਨਹੀਂ ਹੈ। ਹੁਣ ਬਹਾਦਰ ਸ਼ਾਹ ਗੁਰੂ ਸਾਹਿਬ ਦੇ ਪਿੱਛੇ ਆ। ਇੱਕ ਤਾਂ ਹੈਦਰਾਬਾਦ ਇਹਨੇ ਜਾਣਾਗਾ ਬਹਾਦਰ ਸ਼ਾਹ ਨੇ, ਤੇ ਚਲੋ ਉੱਥੋਂ ਨਦੇੜ ਬੰਨੀ ਗੁਰੂ ਸਾਹਿਬ ਦੇ ਮੰਗਰੀ ਚੱਲ ਪਿਆ ਸੀ ਇਹ, ਤੇ ਇਹਨੇ ਆਪਣੇ ਭਰਾ ਕਾਮ ਬਖਸ਼ ਤੇ ਬਗਾਵਤ ਕੀਤੀ ਸੀ। ਕਾਮ ਬਖਸ਼ ਤੇ ਚੜ੍ਹ ਕੇ ਗਿਆ ਸੀ ਵੀ ਮੇਰੇ ਦਿੱਲੀ ਵੱਲ ਆਵੇ ਨਾ, ਤੇ ਉਧਰ ਹੀ ਉਹਨੂੰ ਫਨਾਹ ਕਰ ਦੋ, ਖਤਮ ਕਰ ਦੋ ਉਹਨੂੰ, ਉਧਰ ਹੀ, ਇੱਧਰ ਝਾਕੇ ਨਾ ਦਿੱਲੀ ਕਰਨੀ। ਉਹ ਇਹਦੀ ਭਾਵਨਾ ਸੀ, ਆਪਣੇ ਭਰਾ ਤੇ ਬਗਾਵਤ ਕੀਤੀ ਸੀ। ਚਲੋ ਉਹ ਅਲੱਗ ਦੀ ਉਹਨਾਂ ਦੀ ਲੜਾਈ ਆ, ਘਰ ਦੀ, ਜਿਵੇਂ ਮਰਜ਼ੀ ਕਰਨਾ। ਹੁਣ ਗੁਰੂ ਸਾਹਿਬ ਨੂੰ ਘੁਮਾਉਣ ਦੇ ਲਈ ਉਹਦੇ ਰਾਜਿਆਂ ਨੇ ਰਾਏ ਦਿੱਤੀ ਵੀ ਤੂੰ ਗੁਰੂ ਸਾਹਿਬ ਨੂੰ ਨਾ ਇੱਕ ਤਾਂ ਵੱਡੇ ਪੱਧਰ ਤੇ ਕਾਫੀ ਮਾਇਆ ਲਿਜਾ ਕੇ ਮੱਥਾ ਟੇਕ, ਤੇ ਗੁਰੂ ਸਾਹਿਬ ਦਾ ਧਿਆਨ ਮਾਇਆ ਤੇ ਚਲਾ ਜਾਊ। ਹੋਰ ਵੀ ਕਮੀ ਦਿਸੀ, ਤੂੰ ਆਪਣੇ ਵੱਲੋਂ ਕੋਈ ਮਹਿੰਗਾ ਹੀਰਾ, ਕੋਈ ਮਹਿੰਗੀ ਧਾਤ, ਕੋਈ ਮਹਿੰਗੀ ਚੀਜ਼, ਕੋਈ ਆਈਟਮ ਉਹ ਭੇਟ ਕਰ ਦੇ। ਤੇ ਹੁਣ ਆਪਾਂ ਨੂੰ ਪਤਾ ਰਾਜੇ ਮਹਾਰਾਜਿਆਂ ਕੋਲੇ ਹੀਰੇ ਹੁੰਦੇ ਹੀ ਨੇਗੇ। ਤੇ ਹੁਣ ਇਹ ਬਹਾਦਰ ਸ਼ਾਹ ਨਾ ਗੋਦਾਵਰੀ ਦੇ ਕੰਢੇ ਤੇ ਚਲਾ ਗਿਆ।
ਤੇ ਗੁਰੂ ਸਾਹਿਬ ਦੀ ਪਹਿਲਾਂ ਜਾ ਕੇ ਵਡਿਆਈ ਵੀ ਕੀਤੀ। ਮੈਂ ਤਾਂ ਕਿੱਦਾਂ ਦਾ ਤੁਹਾਡੇ ਮਗਰ ਮਗਰ ਆਉਣਾ ਵੀ ਚਲੋ ਆਪਾਂ ਮਿਲਣੀ ਕਰੀਏ। ਹੁਣ ਇਹ ਮਗਰ ਮੱਸੀ ਹੰਝੂਆਂ ਵਾਲੀਆਂ ਗੱਲਾਂ ਨੇ ਨਾ, ਤੇ ਗੁਰੂ ਸਾਹਿਬ ਸੁਣਦੇ ਰਹੇ, ਕਹਿੰਦੇ ਕੋਈ ਗੱਲ ਨਹੀਂ, ਲਓ ਜੀ ਫਿਰ ਕੋਈ ਗੱਲ ਨਹੀਂ, ਆਪਣਾ ਤੁਹਾਡਾ ਵੀ ਖਰਚਾ ਵਰਚਾ ਬਹੁਤ ਹੁੰਦਾਗਾ, ਤੁਸੀਂ ਪਿੱਛੇ ਤੋਂ ਸੰਗਤਾਂ ਦੇ ਨਾਲ ਮਿਲ ਕੇ ਆ ਰਹੇ ਹੋ, ਕਿੰਨੀਆਂ ਸੰਗਤਾਂ ਤੁਹਾਡੇ ਨਾਲ ਨੇ, ਘੋੜਿਆਂ ਹਾਥੀਆਂ ਦਾ ਖਰਚਾ ਆ ਸਾਡੇ ਵੱਲੋਂ ਥੋੜੀ ਜੀ ਭੇਟਾ, ਤੇ ਨਾਲ ਸੱਚੇ ਪਾਤਸ਼ਾਹ ਆ ਇੱਕ ਹੀਰਾ, ਇਹ ਵੀ ਮੈਂ ਤੁਹਾਨੂੰ ਭੇਟ ਕਰਨਾਗਾ, ਤੇ ਇਹ ਹੀਰਾ ਨਾ ਤੁਸੀਂ ਰੱਖ ਲਓ, ਤੁਸੀਂ ਰੱਖ ਲਓ। ਤੇ ਗੁਰੂ ਸਾਹਿਬ ਤਾਂ ਉਹਦੀਆਂ ਗੱਲਾਂ ਪਹਿਲਾਂ ਹੀ ਜਾਣ ਗਿਆ ਸੀ ਵੀ ਖਰੀਦਣਾ ਚਾਹੁੰਦਾ ਨਾ, ਪਰ ਸੱਚੇ ਪਾਤਸ਼ਾਹ ਨੇ ਬਹਾਦਰ ਸ਼ਾਹ ਦੀ ਇੱਕ ਵੀ ਗੱਲ ਵੱਲ ਧਿਆਨ ਨਹੀਂ ਦਿੱਤਾ। ਨਾ ਧਿਆਨ ਦੇਣ ਤੋਂ ਜੱਜਮੈਂਟ ਕੀ ਹੁੰਦੀ ਆ ਵੀ ਗੁਰੂ ਸਾਹਿਬ ਰਾਜੀ ਨਹੀਂ ਨਾ, ਤੇ ਸਤਿਗੁਰੂ ਪਾਤਸ਼ਾਹ ਜੀ ਰਾਜੀ ਨਹੀਂ। ਸੰਗਤਾਂ ਵੀ ਸਨਮੁਖ ਖੜੀਆਂ ਨੇ, ਭਾਈ ਦਇਆ ਸਿੰਘ ਹਰਗੇ ਵੀ ਬਰੋਬਰ ਖੜੇ ਨੇ, ਨਾਲ ਹੀ ਆ ਨਾ, ਪੜਾ ਗੋਦਾਵਰੀ ਦੇ ਕੰਢੇ ਤੇ ਕੀਤਾ ਵਿਆਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਫਿਰ ਆਪਣੇ ਵੱਲੋਂ ਨਾ ਹੀਰਾ ਭੇਟ ਕਰਕੇ ਨਮਸਕਾਰ ਕਰਤੀ। ਮਨ ਦੀ ਭਾਵਨਾ ਗੁਰੂ ਸਾਹਿਬ ਦਿੱਤੀ ਹੋਈ ਮਾਇਆ ਤੇ ਹੀਰੇ ਤੇ ਬਿਰ ਜਾਣਗੇ, ਤੇ ਜਿਹੜੀਆਂ ਸ਼ਰਤਾਂ ਕੀਤੀਆਂ ਨੇ ਉਹਨਾਂ ਸ਼ਰਤਾਂ ਨੂੰ ਭੁੱਲ ਜਾਣਗੇ। ਜਿਵੇਂ ਅੱਜ ਵੀ ਇਹ ਕਸ ਹੋ ਸਕਦਾ ਨਾ ਵੀ ਕੁਝ ਦੁਨੀਆ ਨੂੰ ਰਸਦਾਂ ਵੰਡ ਦੋ, ਰੁਪਈਏ ਵੰਡ ਦੋ, 5000 10,000 ਖਾਤੇ 'ਚ ਆ ਜਾਣਗੇ। ਭਾਈ ਤੁਸੀਂ ਭੁੱਲ ਜਾਓ, ਕੀ ਭੁੱਲਣਾਗਾ, ਤੁਸੀਂ ਇਹ ਭੁੱਲ ਜਾਓ ਵੀ ਗੁਰੂ ਗ੍ਰੰਥ ਸਾਹਿਬ ਰੋਲਿਆ ਸੀ, ਭੁੱਲ ਜਾਓ, ਤੁਸੀਂ ਆਪਣੇ ਦਿਮਾਗ ਚੋਂ ਕੱਢ ਦਿਓ। ਤੁਹਾਨੂੰ ਕੋਈ ਨਾ ਵਧੀਆ ਗਿਫਟ ਨਾ, ਅਸੀਂ ਸੋਨੇ ਦੀ ਜਿਲਤ ਵਾਲਾ ਗੁਰੂ ਗ੍ਰੰਥ ਸਾਹਿਬ ਤਿਆਰ ਕਰੀ ਜਾਂਦੇ ਆ, ਤੇ ਹਰਮੰਦਰ ਸਾਹਿਬ 'ਚ ਪ੍ਰਕਾਸ਼ ਕਰਾਂਗੇ ਆਪਾਂ, ਕੋਈ ਗੱਲ ਨਹੀਂ, ਤੁਸੀਂ ਭੁੱਲ ਜਾਓ ਉਹਨੂੰ। ਪਰ ਵਾਹਿਗੁਰੂ ਭਲਾ ਕਰੇ, ਜਿਨ੍ਹਾਂ ਦੇ ਦਿਮਾਗ ਵਿੱਚ, ਜਿਨ੍ਹਾਂ ਦੀ ਵਿਚਾਰਧਾਰਾ ਦੇ ਵਿੱਚ ਗੁਰੂ ਦੀ ਬਾਣੀ ਵਸ ਗਈ ਨਾ, ਤੇ ਉਹਨਾਂ ਨੇ ਆਪਣੇ ਤਨ ਤੇ ਗੁਰੂ ਸਾਹਿਬ ਨਾਲ ਜੋ ਬੀਤੀ ਉਹ ਕਦੇ ਵੀ ਨਹੀਂ ਭੁੱਲਦੇ। ਆਪਾਂ ਆਮ ਹੀ ਕਹਿੰਦੇ ਨੇ 84 ਨਾ ਭੁੱਲਣ ਯੋਗ, ਭੁੱਲੀ ਨਹੀਂ ਜਾ ਸਕਦੀ, ਪਰ ਭੁਲਾਉਣ ਦੇ ਯਤਨ ਬੜੇ ਨੇ। ਕਦੇ ਮੁਆਵਜ਼ਾ ਦਿੰਦੇ ਆ, ਕਦੇ ਕੁਛ ਦਿੰਦੇ ਆ, ਕਦੇ ਕੁਛ ਦਿੰਦੇ ਆ। ਇਹ ਸਾਰਾ ਕੁਛ ਅੱਜ ਵੀ ਚੱਲਦਾ ਤੇ ਉਦੋਂ ਵੀ ਚੱਲਦਾ ਸੀਗਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਨਾ ਹੀਰਾ ਫੜਤਾ ਲੈਤਾ, ਜਦੋਂ ਮੂਹਰੀ ਕਰਤਾ, ਫੜਤਾ ਲੈਤਾ, ਤੇ ਹੀਰਾ ਫੜਨ ਤੋਂ ਬਾਅਦ ਗੁਰੂ ਸਾਹਿਬ ਨੇ ਪਿੱਛੇ ਵਗਾ ਕੇ ਮਾਰਿਆ। ਪਿੱਛੇ ਕੀ ਆ? ਗੋਦਾਵਰੀ ਨਦੀ, ਤੇ ਗੋਦਾਵਰੀ ਨਦੀ ਦੇ ਵਿੱਚ ਹੀਰਾ ਜਾ ਡਿੱਗਿਆ। ਬਹਾਦਰ ਸ਼ਾਹ ਹੈਰਾਨ, ਰਾਜਾ ਨਾ ਉਸ ਟਾਈਮ ਦਾ ਦਿੱਲੀ ਦਾ, ਪੂਰੇ ਇੰਡੀਆ ਦਾ। ਤੇ ਬਹਾਦਰ ਸ਼ਾਹ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਐ ਲੱਗਦਾ ਵੀ ਤੁਹਾਨੂੰ ਹੀਰੇ ਦੀ ਪਰਖ ਹੈ ਹੀ ਨਹੀਂ, ਤੁਹਾਨੂੰ ਹੀਰੇ ਦੀ ਪਰਖ ਹੈ ਹੀ ਨਹੀਂ। ਪਰ ਗੁਰੂ ਸਾਹਿਬ ਨੂੰ ਇਹ ਗੱਲ ਕਹਿਣੀ ਜੱਚਦੀ ਆ ਕਿ ਨਹੀਂ ਜੱਚਦੀ, ਉਹ ਆਪਾਂ ਅੰਕੜੇ ਕੱਢਣੇ ਆ। ਨਹੀਂ ਜੱਚਦੀ ਨਹੀਂ, ਗੁਰੂ ਸਾਹਿਬ ਤਾਂ ਹੀਰਿਆਂ ਦਾ ਸਭ ਤੋਂ ਵੱਡਾ ਪਾਰਖੂ ਆ। ਦੂਜੀ ਗੱਲ, ਸਤਿਗੁਰੂ ਪਾਤਸ਼ਾਹ ਜੀ ਉਹ ਫਿਰ ਜੇ ਹੀਰਾ ਤੁਹਾਨੂੰ ਪਸੰਦ ਨਹੀਂ ਸੀ, ਮੈਂ ਲੰਘਦਾ ਟੱਪਦਾ ਤੁਹਾਨੂੰ ਹੋਰ ਹੀਰਾ ਦੇ ਜਾਂਦਾ ਇਦੋਂ ਮਹਿੰਗਾ, ਤੇ ਤੁਸੀਂ ਮੈਨੂੰ ਮੋੜ ਕੇ ਦੇਣ ਦੇ ਭਲਾ ਨਦੀ 'ਚ ਕਿਉਂ ਸੁੱਟਤਾ, ਨਦੀ 'ਚ ਕਿਉਂ ਸੁੱਟਤਾ? ਗੁਰੂ ਸਾਹਿਬ ਚੁੱਪ ਨੇ, ਪਰ ਸਤਿਗੁਰੂ ਪਾਤਸ਼ਾਹ ਨੇ ਇੱਕ ਇਸ਼ਾਰਾ ਜ਼ਰੂਰ ਕੀਤਾ, ਜਿਹੜਾ ਤੇਰਾ ਆਪਦਾ ਨਾ ਉਹ ਛਾਂਟ ਕੇ ਕੱਢ ਲਾ। ਚਲੋ ਮਾਫ ਕਰਨਾ, ਇੱਥੇ ਪੱਖ ਨਾ ਦਿਓ ਵੀ ਨਦੀ ਹੀਰਿਆਂ ਦੇ ਨਾਲ ਭਰੀ ਹੋਈ ਸੀ, ਪਰ ਉਸ ਟਾਈਮ ਤੇ ਜਦੋਂ ਗੁਰੂ ਸਾਹਿਬ ਨੇ ਕਹਿਣਾ ਵੀ ਜਿਹੜਾ ਤੇਰਾ ਆਪਦਾ ਗਾ ਉਹ ਪਰਖ ਕੇ ਚੱਕ ਲਾ, ਉਹਦੇ ਦਿਮਾਗ ਵਿੱਚ ਅਨੇਕਾਂ ਹੀ ਹੀਰੇ ਬਣ ਗਏ ਵੀ ਮੇਰਾ ਕਿਹੜਾ ਗਾ, ਮੇਰਾ ਕਿਹੜਾ ਗਾ। ਉਹ ਚੁੱਪ ਕਰ ਗਿਆ। ਤੇ ਹੁਣ ਇੱਥੇ ਇਸ ਸਾਖੀ ਤੋਂ ਸਿੱਧ ਕੀ ਹੁੰਦਾਗਾ ਵੀ ਗੁਰੂ ਸਾਹਿਬ ਵਿਕੇ ਨਹੀਂ, ਗੁਰੂ ਸਾਹਿਬ ਵਿਕੇ ਨਹੀਂ। ਤੇ ਫਿਰ ਗੁਰੂ ਸਾਹਿਬ ਜਦੋਂ ਵਿਕੇ ਨਹੀਂ ਨਾ, ਇਹ ਸੰਗ ਮੰਨਦਾ ਹੋਇਆ, ਜਾਣੀ ਕਿ ਸੰਗ ਮੰਨਦਾ ਹੋਇਆ ਪਛਾਂ ਪਰਤ ਆਇਆ, ਇਹਨੂੰ ਤੁਰਨਾ ਔਖਾ ਹੋ ਗਿਆ, ਇਹਨੂੰ ਮੁੜਨਾ ਔਖਾ ਹੋ ਗਿਆ। ਜਦੋਂ ਗੁਰੂ ਸਾਹਿਬ ਨੇ ਰੁਪਈਆਂ ਨੂੰ ਵੀ ਠੋਕਰ ਮਾਰਤੀ, ਤੇ ਗੁਰੂ ਸਾਹਿਬ ਨੇ ਹੀਰੇ ਨੂੰ ਵੀ ਵਗਾ ਕੇ ਪਿੱਛੇ ਸੁੱਟ ਦਿੱਤਾ। ਗੁਰੂ ਸਾਹਿਬ ਖਰੀਦੇ ਨਹੀਂ ਗਏ। ਸਿੱਖਾ, ਤੂੰ ਉਹ ਗੁਰੂ ਦਾ ਪੁੱਤ ਆ ਜਿਹੜਾ ਹੀਰਿਆਂ ਬਦਲੇ ਨਹੀਂ ਵਿਕਿਆ, ਮਾਇਆ ਬਦਲੇ ਨਹੀਂ ਵਿਕਿਆ, ਕਿਸੇ ਹੋਰ ਧਾਂਤ ਬਦਲੇ ਨਹੀਂ ਵਿਕਿਆ, ਪਰ ਸਾਡਾ ਵਿਕਣ ਦਾ ਹੱਕ ਨਹੀਂ। ਅੱਜ ਅਸੀਂ ਦਾਰੂ ਦੀ ਬੋਤਲ ਪਿੱਛੇ ਵੀ ਵਿਕਦੇ ਆ, ਚੱਲ ਪਿਆ ਕੰਮ ਨਾ,
चलो माफ करना, साडा कोई इदा मतलब नहीं है भी जान बुझ के गल है, तुसीं सारे जानते हो इतिहास लड़ीवार चलदा चलदा उत्थे पहुंचेगा, पर गल विकण ते आ गई। कोई पंज करके विकदा ते कोई 50 करके विकदा ते कोई 5000 करके ते कोई लख करके। जिहड़ा कोई थोड़ा जिहा मूहरे वध आउंदा वो लखां च विक जांदा, उदों नेड़े आ वो करोड़ां च विक जांदा, ते जिहड़े थल्ले आ वो सैकड़िਆਂ च विक जांदे ने। विकदे सब ने, पर कोई रब दा प्यारा जिन्हां दे अंदर गुरु दी पावन पवित्र बाणी दी विचार आ ना, वो कदे विकदे नहीं। अच्छा, जेड़े विकदे नहीं फिर उन्हां दियां ना तस्वीरां विकदियां। आपां इक शेयर पढ़दे हुंदे ना, जिन्हां दियां विकियां नहीं जमीरां उन्हां दियां विकदियां ने तस्वीरां। हुण इह अंदाजा आपां ला लो, जमीर वेचणी आ कि तस्वीर वेचणी आ, ਉਹ ਸਾਡੇ ਕੋਲੇ ਪੁਆਇੰਟ ਆਗਾ। ਮਰਨਾ ਸਭ ਨੇ ਆ, ਗਰੀਬ ਨੇ ਵੀ ਮਰ ਜਾਣਾ, ਅਮੀਰ ਨੇ ਵੀ ਮਰ ਜਾਣਾ, ਭੁੱਖੇ ਨੇ ਵੀ ਮਰ ਜਾਣਾ, ਰੱਜੇ ਨੇ ਵੀ ਮਰ ਜਾਣਾ, ਸਭ ਨੇ ਚਲਾ ਜਾਣਾ ਸਭ ਨੇ ਆ। ਪਰ ਵਾਹਿਗੁਰੂ ਭਲਾ ਕਰੇ, ਅਸੀਂ ਆਪਣੀ ਜ਼ਮੀਰ ਨੂੰ ਕਦੇ ਵੀ ਨਾ ਕਿਸੇ ਭਾਅ ਵੇਚੀਏ, ਇੱਜ਼ਤ ਨੂੰ ਬਣਾ ਕੇ ਰੱਖੀਏ, ਮਾਲਕ ਨਾਲ ਜੁੜ ਕੇ ਰੱਖੀਏ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਹੀਰਾ ਨਦੀ ਵਿੱਚ ਸੁੱਟ ਕੇ बहादुर शाह नूं धरती विच गड्ड दिता। तेरे वर्गियां दी सानू कोई लोड़ नहीं है, जा दफा हो इत्थों। ਇਹ ਗੁਰਦੁਆਰਾ ਹੀਰਾ ਘਾਟ ਗੋਦਾਵਰੀ ਦੇ ਕੰਢੇ ਤੇ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਹੋਣੇ ਨੇ, ਬਣਿਆ ਹੋਇਆ ਹੈਗਾ। ਇਸੇ ਗੋਦਾਵਰੀ ਦੇ ਕੰਢੇ ਤੇ ਫਿਰ ਗੁਰੂ ਸਾਹਿਬ ਅਗਲਾ ਕਰਮ ਕਰਦੇ ਨੇ। अगला कर्म किहड़ा गा? गुरु साहब असली हीरे नूं मिलदे ने। वो कौन है? वो कल वाला समा दसेगा। इत्थे समाप्ति, भुल्लां दी खिमा। सब दा धन्नवाद। वाहिगुरू जी का खालसा, वाहिगुरू जी की फतेह। राम कली महला तीजा, आनंद एको।